ਚੋਣਾਂ ਲੇਟ ਹੋਣਗੀਆਂ ਜਾਂ ਸਮੇਂ ਦੇ ਉੱਤੇ ਹੋਣਗੀਆਂ, ਕਿਸ ਤਰ੍ਹਾਂ ਦੇ ਪ੍ਰਬੰਧ? चोण समय ते होना है, एकदम ऑन डॉट ऑन टाइम पे है हर चीज़ ते। ਵੋਟ ਪਾਉਣ ਵਾਲਾ ਜਿਹੜਾ ਵੋਟਰ ਹੈ ਉਹਦੇ ਵੈਕਸੀਨੇਸ਼ਨ ਲੱਗੀ ਹੋਣੀ ਚਾਹੀਦੀ ਹੈ ਜਾਂ ਬਿਨਾਂ ਵੈਕਸੀਨੇਸ਼ਨ ਵਾਲਾ ਵੀ ਵੋਟ ਪਾ ਸਕਦਾ ਹੈ? कोविड गाइडलाइन लागू ही नहीं कर पा रहे, फिर उन्होंने इलेक्शन कमीशन नॉर्मली बर्दाश्त नहीं कर सकते। ब्यूरोक्रेसी हमेशा जेडे भी नियम फॉलो कर दिए, अगर नहीं करता अंजाम सारिया नूं पता है और अंजाम भी क्विकली होंदा है। ਇਹ ਰੂਮਰਸ ਵੀ ਲਗਾਤਾਰ ਫੈਲਦੇ ਰਹਿੰਦੇ ਨੇ ਕਿ ਚੋਣਾਂ ਪੰਜਾਬ ਦੀਆਂ ਜਿਹੜੀਆਂ ਚੋਣਾਂ ਨੇ ਇਹੋ ਟਾਲੀਆਂ ਜਾ ਸਕਦੀਆਂ ਨੇ। ਇਸ ਓਮਿਕਰਨ ਨੂੰ ਅਤੇ ਕੋਵਿਡ ਨੂੰ ਮੁੱਖ ਰੱਖਦੇ ਹੋਏ ਤੁਸੀਂ ਆਪਣਾ ਪੋਲੀਟੀਕਲ ਕੰਮ ਵਗੈਰਾ ਨੇਪਰੇ ਚੜਾਓ। पॉलिटिकल कंपटीशन रहता है लेकिन इतने वायलेंस नहीं होता, ये मेरा पर्सनल तजुर्बा रहा। फ्री एंड फेयर एंड सेफ पीसफुल इलेक्शन होना ही है करांगा सी। साडा कोशिश यही है, एक दूजे दे उत्ते अननेसरी एलिगेशनस लगन तो माहौल खराब होंदा है, उसनों भी असी दूर करने लई एक प्रयास है। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਤੇ ਮੈਂ ਹਾਂ ਨਿਰਮਲ ਸਿੰਘ ਮਾਨਸ਼ਈਆ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਬਿਗਲ ਵੱਜਣ ਵਾਲਾ ਹੈ। ਤਿਆਰੀਆਂ ਨੂੰ ਲੈ ਕੇ ਕਮਰ ਕੱਸ ਰਹੀਆਂ ਨੇ ਸਿਆਸੀ ਪਾਰਟੀਆਂ। ਉੱਥੇ ਚੋਣ ਕਮਿਸ਼ਨ ਨੇ ਵੀ ਆਪਣਾ ਡੰਡਾ ਚਲਾਉਣਾ ਸ਼ੁਰੂ ਕਰ ਦਿੱਤਾ ਹੈ। ਤਿਆਰੀਆਂ ਪੂਰੀਆਂ ਮੁਕੰਮਲ ਹੋ ਚੁੱਕੀਆਂ ਨੇ। ਕਿਸੇ ਵੀ ਵੇਲੇ ਚੋਣ ਜ਼ਾਬਤੇ ਦਾ ਐਲਾਨ ਹੋ ਸਕਦਾ ਹੈ। ਕਦੋਂ ਚੋਣ ਜ਼ਾਬਤਾ ਲੱਗੇਗਾ, ਕੀ ਤਿਆਰੀਆਂ ਨੇ, ਇਸ ਸੰਬੰਧ ਵਿੱਚ ਗੱਲ ਕਰਦੇ ਹਾਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਕਰਨਾ ਰਾਜੂ ਹੋਰਾਂ ਦੇ ਨਾਲ। ਸਰ, ਤੁਹਾਡਾ ਸਵਾਗਤ ਹੈ ਜੀ ਪ੍ਰਾਈਮ ਏਸ਼ੀਆ ਟੀਵੀ। ਸਤਿ ਸ੍ਰੀ ਅਕਾਲ ਸਾਹਿਬ, ਤੁਹਾਨੂੰ ਔਰ ਤੁਹਾਡਾ ਦਰਸ਼ਕਾਂ ਨੂੰ, ਪ੍ਰਾਈਮ ਏਸ਼ੀਆ ਦੀ ਦਰਸ਼ਕਾਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ। ਖਾਸ ਕਰਕੇ NRS ਤੁਹਾਡਾ ਮੀਡੀਅਮ 'ਤੇ ਕਾਫੀ ਜੁੜੇ ਹੋਏ, ਉਹਨਾਂ ਨੂੰ ਮੈਂ ਸਤਿ ਸ੍ਰੀ ਅਕਾਲ ਕਹਿੰਦਾ ਹਾਂ। ਸਰ, ਧੰਨਵਾਦ ਤੁਹਾਡਾ। ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਜੀ? ਦੇਖੋ, ਵਿਧਾਨ ਸਭਾ 2022 ਦੀ ਚੋਣਾਂ ਦੀ ਅਸੀਂ ਕਾफ़ी नज़दीक आ चुके हैं। तैयारियां बहुत ज़ोरों से हैं और ख़ास करके इलेक्टोरल रोल की तैयारियां हमारा कंप्लीट हो चुका है। 5 जनवरी ਨੂੰ ਅਸੀਂ ਇਸ ਰੋਲ ਦਾ ਫਾਈਨਲ ਪ੍ਰਕਾਸ਼ਨ ਕਰਾਂਗੇ। ਉਸ ਦਿਨ ਸਾਰੀਆਂ ਸਟੇਟ ਦੇ ਵਿੱਚ ਜਿੰਨਾ ਵੀ ਪੋਲੀਟੀਕਲ ਪਾਰਟੀਜ਼ ਨੇ, ਨੈਸ਼ਨਲ ਪੋਲੀਟੀਕਲ ਪਾਰਟੀਜ਼ ਅਤੇ ਸਟੇਟ ਪੋਲੀਟੀਕਲ ਪਾਰਟੀ ਸਟੇਟ ਲੈਵਲ ਦੀ, ਉਹਨਾਂ ਨੂੰ ਇੱਥੇ ਮੀਟਿੰਗ ਸੱਦ ਲਿਆ ਗਏ। ਉਹਨਾਂ ਦੇ ਨਾਲ ਮਿਲ ਕੇ ਮੈਂ ਫਿਰ ਉਹਨਾਂ ਨੂੰ ਬੇਨਤੀ ਕਰਾਂਗਾ, ਉਹਨਾਂ ਨੂੰ ਰੋਲ ਹੈਂਡਓਵਰ ਕਰਾਂਗਾ ਉਸ ਦਿਨ। ਨਾਲ ਹੀ ਨਾਲ ਉਸ ਸੰਬੰਧ ਦੇ ਵਿੱਚ, ਖਾਸ ਕਰਕੇ ਕੋਵਿਡ ਸੰਬੰਧ ਦੇ ਵਿੱਚ ਉਹਨਾਂ ਨੂੰ ਮੈਂ ਖਾਸ ਕਰਕੇ ਬੇਨਤੀ ਕਰਨਾ ਚਾਹੁੰਦਾ, ਕਿਉਂਕਿ ਇਹ ਕੋਵਿਡ ਦਾ ਵੀ ਇੱਕ ਸਮਾਂ ਹੈ। ਇਸ ਨੂੰ ਅਸੀਂ ਮੁੱਖ ਰੱਖਦੇ ਹੋਏ ਜਿਹੜੇ ਵੀ ਪੋਲੀਟੀਕਲ ਪਾਰਟੀਜ਼ ਦੀ ਮੀਟਿੰਗਾਂ ਹੈ, ਆਊਟਡੋਰ ਮੀਟਿੰਗਾਂ ਹੈ, ਇਨਡੋਰ ਮੀਟਿੰਗਾਂ ਹੈ, ਜਿਹੜੇ ਵੀ ਪਰਮਿਸ਼ਨ ਇਹਨਾਂ ਦਾ ਲੈਣਾ ਪੈਂਦਾ ਹੈ, ਇਹ ਸਾਰਿਆਂ ਨੂੰ ਇਸ ਗਾਈਡਲਾਈਨਸ ਨੂੰ ਮੁੱਖ ਰੱਖਦੇ ਹੋਏ ਕੀਤਾ ਜਾਵੇ। ਸਰ, ਚੁਣੌਤੀਆਂ ਰਹਿਣਗੀਆਂ। ਕੋਵਿਡ ਦੁਬਾਰੇ ਦਸਤਕ ਦੇ ਰਿਹਾ ਹੈ। ਐਮੀਕਰੋਨ ਜਿਹੜਾ ਵਾਇਰਸ ਹੈ ਉਹ ਬੜੀ ਤੇਜ਼ੀ ਨਾਲ ਆ ਰਿਹਾ। ਚੋਣਾਂ ਲੇਟ ਹੋਣਗੀਆਂ ਜਾਂ ਸਮੇਂ ਦੇ ਉੱਤੇ ਹੋਣਗੀਆਂ, ਕਿਸ ਤਰ੍ਹਾਂ ਦੇ ਪ੍ਰਬੰਧ? ਚੋਣ ਸਮੇਂ ਤੇ ਹੋਣਾ ਹੈ, ਕਿਉਂਕਿ ਸਾਡੇ ਤਿਆਰੀਆਂ ਹੈ ਪੂਰਾ ਹਮੇਸ਼ਾ ਸਾਡਾ ਤਿਆਰੀਆਂ ਦੀ ਇੱਕ ਬੁਨਿਆਦੀ ਪ੍ਰਮਾਈਸਿਸ ਹੈ, ਅੰਡਰਸਟੈਂਡਿੰਗ ਹੈ। ਪਿਛਲੇ ਵਿਧਾਨ ਸਭਾ ਚੋਣਾਂ ਦੀ ਸ਼ਡਿਊਲ ਦੇ ਮੁਤਾਬਿਕ ਅਸੀਂ ਤਿਆਰੀ ਕਰਦੇ ਹਾਂ। ਬਾਕੀ ਕੰਮ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਜਿਹੜੇ ਵੀ ਮਾਡਲ ਕੋਡ ਆਫ ਕੰਡਕਟ ਨੂੰ ਲਾਗੂ ਕਰਨ ਲਈ ਚੋਣ ਦੀ ਡੇਟਸ ਤੈਅ ਕਰਨ ਦੀ ਅਧਿਕਾਰ ਉਹਨਾਂ ਦਾ ਹੈ। ਲੇਕਿਨ ਸਾਡਾ ਦਫ਼ਤਰ ਦੇ ਕੰਮ ਹੈ ਪਿਛਲੇ ਵਿਧਾਨ ਸਭਾ ਦੇ ਜਿਹੜੇ ਵੀ ਸ਼ਡਿਊਲ ਹੈ ਉਸ ਦੇ ਮੁਤਾਬਿਕ ਲਗਾਤਾਰ ਤਿਆਰੀਆਂ ਚੱਲਦੇ ਰਹਿਣਾ ਚਾਹੀਦਾ। ਇਸ ਕਰਕੇ ਅਸੀਂ ਇੱਕਦਮ ਔਨ ਡਾਟ ਔਨ ਟਾਈਮ पे है हर चीज़ ਤੇ। रोल्स होवे या तैयारियां होवे या ट्रेनिंग्स होवे, रिटर्निंग ऑफिसर असिस्टेंट रिटर्निंग ऑफिस दे ट्रेनिंग होवे, अपना हैडकुआटर पद्धर दे स्वीप मटीरियल्स दा तैयारी होवे या बुकलेट्स दी तैयारी होवे। तैयारी होके फिर जितना भी एडमिनिस्ट्रेटिव सैक्रटरीज, मानयोग मुख सकत्तर, ये सारियां नूं कापियां भेजण दी कार्रवाई होवे। सब एकदम ऑन टाइम चल रही है। ਕਿਉਂਕਿ ਸਰ, ਲੋਕਾਂ ਦੇ ਵਿੱਚ ਚਰਚਾ ਚੱਲ ਰਹੀ ਹੈ, ਇਹ ਰੂਮਰਸ ਵੀ ਲਗਾਤਾਰ ਫੈਲਦੇ ਰਹਿੰਦੇ ਨੇ ਕਿ ਚੋਣਾਂ ਪੰਜਾਬ ਦੀਆਂ ਜਿਹੜੀਆਂ ਚੋਣਾਂ ਨੇ ਇਹੋ ਟਾਲੀਆਂ ਜਾ ਸਕਦੀਆਂ ਨੇ, ਪਿੱਛੇ ਪਾਈਆਂ ਜਾ ਸਕਦੀਆਂ ਨੇ ਕੋਵਿਡ ਕਰਕੇ ਵੀ, ਜਾਂ ਕੇਂਦਰ ਸਰਕਾਰ ਇਸ ਚੋਣਾਂ ਨੂੰ ਪਿੱਛੇ ਟਾਲ ਸਕਦੀ ਹੈ।
ਦੇਖੋ ਲੋਕ ਆਪਣਾ ਕਿਆਸ ਲਗਾਉਣਾ ਉਹਨਾਂ ਦਾ ਮਰਜ਼ੀ ਹੈ, ਉਸ ਦੇ ਵਿੱਚ ਅਸੀਂ ਕਮੈਂਟ ਨਹੀਂ ਕਰ ਸਕਦੇ ਹਾਂ। ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਦੇ ਵਿੱਚ ਸਭ ਕੀ ਆਪਣਾ ਇੱਕ ਮਤ ਰੱਖਣ ਦੀ ਅਧਿਕਾਰ ਹੈ, ਅਸੀਂ ਰਿਸਪੈਕਟ ਕਰਨਾ ਚਾਹੀਦਾ। ਔਰ ਲੇਕਿਨ ਸਾਡੇ ਦਫ਼ਤਰ ਦੇ ਕੰਮ ਹੈ ਤਿਆਰੀਆਂ ਨੂੰ ਇੱਕਦਮ ਔਨ ਡੇਟ ਐਜ਼ ਪਰ ਰਿਕੁਆਇਰਮੈਂਟ ਬਣਾ ਕੇ ਰੱਖਣਾ ਹੈ, ਅਸੀਂ ਉਸ ਕੰਮ ਤੇ ਲੱਗੇ ਹੋਏ हैं। ਸਰ ਕੋਵਿਡ ਦੇ ਦੌਰ 'ਚ ਤੁਸੀਂ ਕਿਵੇਂ ਜੇ ਕਰਵਾਓਗੇ ਪ੍ਰਬੰਧ, ਮਤਲਬ ਡਿਸਟ੍ਰਿਕਟ ਲੈਵਲ ਤੋਂ ਲੈ ਕੇ, ਕਿਉਂਕਿ ਲੋਕਾਂ ਨੂੰ ਜਾਗਰੂਕ ਕਰਨਾ, ਵੱਡੀਆਂ ਵੱਡੀਆਂ ਰੈਲੀਆਂ ਹੋਣਗੀਆਂ, ਪ੍ਰਧਾਨ ਮੰਤਰੀ ਆ ਰਹੇ ਨੇ 5 ਜਨਵਰੀ ਨੂੰ, ਤੇ ਲੋਕਾਂ ਦੇ ਵੱਡੇ ਇਕੱਠ ਹੋਣਗੇ। ਉਸ ਤੋਂ ਬਾਅਦ ਕਾਂਗਰਸ ਪਾਰਟੀ ਵੀ ਰੈਲੀ ਰੱਖ ਰਹੀ ਹੈ, ਰਾਹੁਲ ਗਾਂਧੀ ਦਾ ਵੀ ਦੌਰਾ ਹੈਗਾ ਪੰਜਾਬ ਦਾ। ਇਹ ਰੈਲੀਆਂ ਦੇ ਜਿਹੜੇ ਇਕੱਠ ਹੋਣ, ਲੋਕੀ ਬੜੇ ਡਿਸਟੈਂਸਿੰਗ ਦਾ ਉੱਥੇ ਪਾਲਣਾ ਨਹੀਂ ਹੁੰਦੀ, ਤੁਸੀਂ ਇਹਨੂੰ ਕਿਸ ਤਰ੍ਹਾਂ ਹੈਂਡਲ ਕਰੋਗੇ ਜੀ? ਦੇਖੋ ਜਦੋਂ ਤੱਕ ਮਾਡਲ ਕੋਡ ਆਫ ਕੰਡਕਟ ਨਹੀਂ ਲੱਗਦਾ, ਅਸੀਂ ਮੋਰਲੀ ਉਹਨਾਂ ਨੂੰ ਬੇਨਤੀ ਕਰਦੇ ਹਾਂ, ਕਿਉਂਕਿ ਹਰ ਇੱਕ ਦੀ ਇੱਕ ਨੈਤਿਕ ਜ਼ਿੰਮੇਵਾਰੀ ਹੈ। ਕਿਉਂਕਿ ਸਮਾਜ ਦੇ ਵਿੱਚ ਸਾਡੇ ਕੋਵਿਡ ਫੈਲਾਅ ਦੀ ਕੋਈ ਵੀ ਕੰਮ ਅਸੀਂ ਨਾ ਕਰੇ। ਜਿਹੜੇ ਵੀ ਹੋਮ ਮਿनिस्ट्री ਦੀ गाइडलाइन है, क्योंकि अभी 15 तारीख तक ये लागू है, ये मेरे को गवर्नमेंट वालों आए हैं 15/1/2022 तक ਜਿਹੜੇ ਵੀ ਕਾਨੂੰਨ ਲਾਗੂ ਹੈ ਉਹ ਮੇਰੇ ਕੋਲ ਆ ਚੁੱਕੇ ਹੈ। ਮੈਂ ਸਾਰੀਆਂ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰਾਂ ਨੂੰ ਅਤੇ CPs SSPs ਨੂੰ ਮੈਂ ਭੇਜ ਚੁੱਕਾ ਹਾਂ। ਉਹਨਾਂ ਦਾ ਅਭੀ ਹੁਣ ਜ਼ਿੰਮੇਵਾਰੀ ਹੈ ਇਸ ਕੋਵਿਡ ਗਾਈਡਲਾਈਨਸ ਨੂੰ ਪਾਲਣਾ ਕਰਵਾਉਣਾ। ਜਿੱਥੇ ਲਿਖਿਆ ਹੋਇਆ ਹੈ ਆਪਣਾ ਜਿਹੜੇ ਵੀ ਇੰਡੋਰ ਦੇ ਵਿੱਚ ਕਿੰਨੇ ਲੋਕ ਪਰਮਿਸ਼ਨ ਦੇ ਸਕਦੇ ਹੈ, ਆਊਟਡੋਰ ਦੇ ਮੀਟਿੰਗਾਂ ਵਿੱਚ ਮੈਕਸਿਮਮ ਕਿੰਨਾ ਲੋਕ ਇਸ ਫਿਜ਼ੀਕਲ ਡਿਸਟੈਂਸ 2 ਗਜ ਦੀ ਦੂਰੀ ਨੂੰ ਮੁੱਖ ਰੱਖਦੇ ਹੋਏ ਕਿੰਨਾ ਲੋਕ ਉੱਥੇ ਜਾ ਸਕਦੇ, ਇਹ ਸਭ ਬਹੁਤ ਸਪਸ਼ਟ ਤਰੀਕੇ ਨਾਲ ਬਲੈਕ ਐਂਡ ਵਾਈਟ ਦੇ ਵਿੱਚ ਆਪਣਾ ਹੋਮ ਡਿਪਾਰਟਮੈਂਟ ਵੱਲੋਂ ਬ੍ਰਾਂਚ 4 ਵੱਲੋਂ ਜਾਰੀ ਕੀਤੇ ਗਏ ਹੈ। ਮੇਰੇ ਵੱਲੋਂ ਸਾਰੀਆਂ SSP CPs ਅਤੇ DC ਸਾਹਿਬਾਨ ਨੂੰ ਮੈਂ ਭੇਜ ਦਿੱਤਾ। ਹੁਣ ਫੀਲਡ ਦੇ ਵਿੱਚ ਉਹਨਾਂ ਦਾ ਜ਼ਿੰਮੇਵਾਰੀ ਹੈ, ਜਿੰਨਾ ਵੀ ਲੋਕ ਇਸ ਕੰਮ ਨੂੰ ਦੇ ਵਿੱਚ ਰਹਿੰਦੇ, ਖਾਸ ਕਰਕੇ ਪੋਲੀਟੀਕਲ ਸਰਗਰਮੀਆਂ, ਉਸ ਨੂੰ ਫਿਰ ਮੀਟਿੰਗਾਂ ਬੁਲਾਵੇ ਔਰ ਸਾਰਿਆਂ ਨੂੰ ਸੈਂਸਿਟਾਈਜ਼ ਕਰੇ, ਉਹਨਾਂ ਨੂੰ ਇਸ ਬਿਮਾਰੀ ਦੇ ਬਾਰੇ में भी ਸੈਂਸਿਟਾਈਜ਼ ਕਰੇ, ਤਾਂ ਕਿ सब लोग रल मिल के इस पॉलिटिकल अपना इलेक्शंस भी करवाना है और एट द सेम टाइम इस ओमिक्रॉन या कोई भी अपना कोविड दी बीमारी इसनों रोकथाम भी करना है। ये सभी बहुत ही इंपॉर्टेंट काम है, बहुत ही बैलेंसिंग करके चलना, ये सारियां दी जिम्मेदारी है। मॉडल कोड ऑफ कंडक्ट दी पहले ये काम नैतिक तौर पर मैं सारियां ਨੂੰ अपील करदा, खास करके सारिया ਪੋਲੀਟੀਕਲ ਪਾਰਟੀਜ਼ ਦੀ ਪ੍ਰਧਾਨ ਲੋਕ ਹੈ, ਜਨਰਲ ਸੈਕਟਰ, ਜਿੰਨਾ ਵੀ ਉਹਨਾਂ ਦਾ ਆਫਿਸ ਬੇਅਰਰਸ ਹੈ ਔਰ ਪੰਜਾਬ ਦੇ ਵਿੱਚ, ਉਹ ਸਾਰਿਆਂ ਨੂੰ ਮੈਂ ਬਹੁਤ ਹੱਥ ਬੰਨ੍ਹ ਕੇ ਮੇਰਾ ਬੇਨਤੀ ਹੈ, ਇਸ ਓਮਿਕਰਾਨ ਨੂੰ ਅਤੇ ਕੋਵਿਡ ਨੂੰ ਮੁੱਖ ਰੱਖਦੇ ਹੋਏ ਤੁਸੀਂ ਆਪਣਾ ਪੋਲੀਟੀਕਲ ਕੰਮ ਵਗੈਰਾ ਨੇਪਰੇ ਚੜਾਓ, ਸੰਬੰਧੀ ਪਰਮਿਸ਼ਨਸ ਵਗੈਰਾ ਲੈ ਕੇ ਕੰਮ ਕੀਤਾ ਜਾਣਾ ਚਾਹੀਦਾ ਔਰ DC SSP ਸਾਹਿਬਾਨ ਉਸ ਕੰਮ ਨੂੰ ਜ਼ਿਲ੍ਹੇ ਪੱਧਰ 'ਤੇ ਆਪਣਾ ਲੀਡਰਸ਼ਿਪ ਦਿਖਾਤੇ ਹੋਏ ਕੰਮ ਕਰਨਾ ਚਾਹੀਦਾ। ਕਿਉਂਕਿ ਜਿਹੜੀਆਂ ਗਾਈਡਲਾਈਨਸ ਦੀ ਤੁਸੀਂ ਸਰ ਗੱਲ ਕਰ ਰਹੇ ਹੋ, ਕੀ ਗਾਈਡਲਾਈਨਸ ਇਹ ਬਣਾਈਆਂ ਗਈਆਂ? ਇਹ ਗਾਈਡਲਾਈਨਸ ਦੇਖੋ COVID-19 ਰਿਸਟ੍ਰਿਕਸ਼ਨਸ ਟਿਲ ਆਪਣਾ 15/1/2022 तक है, ये रिस्ट्रिक्शंस हैं। मेरे को लेटर आ चुके हैं अपना होम एडिशनल चीफ सेक्रेटरी साहब दी गाइडलाइंस है, चूँकि इस अथॉरिटी है ये, इस गाइडलाइंस ਨੂੰ ਲਾਗੂ ਕਰਨ ਦੀ ਅਥਾਰਟੀ ਇਸ ਡਿਪਾਰਟਮੈਂਟ ਦੀ ਹੈ, ਕਿਉਂਕਿ ਉਸ ਅਥਾਰਟੀ ਤਹਿਤ ਅਸੀਂ ਵੀ ਕੰਮ ਕਰਦੇ ਹਾਂ। ਇਲੈਕਸ਼ਨ ਵੀ ਉਸ ਅਥਾਰਟੀ ਨੂੰ ਰਿਸਪੈਕਟ ਕਰਤੇ ਹੋਏ ਕੰਮ ਕਰਨਾ ਹੈ, ਕਿਉਂਕਿ ਇਸ ਦੇ ਮੁਤਾਬਿਕ ਲਿਖਾ ਹੋਇਆ ਹੈ ਫੇਸ ਕਵਰਿੰਗ ਬੇहद ਜ਼ਰੂਰੀ ਹੈ ਜਦੋਂ ਤੁਸੀਂ ਬਾਹਰ ਪਬਲਿਕ ਪਲੇਸਿਸ में ਜਾਂਦੇ ਹੋ, और सोशल डिस्टेंसिंग बेहद ज़रूरी है, 2 गज की दूरी, और जितना भी हेल्थ स्टाफ लगे हुए तो लगे रहेंगे। और ख़ास करके साडे कोल ये मेरे इलेक्शन दी दफ्तर नाल संबंधित हैं, गैदरिंग शैल बी रिस्ट्रिक्टेड टू नॉट मोर दैन 400%, सो 400 से ज़्यादा लोग इंडोर जितने हालों में मैरिज पैलेस या जिथे भी रहता है, ये हो जाए 600% आउटडोर सब्जेक्ट टू दी अपर लिमिट ऑफ 50%। ये लोगों की सेहत वास्ते ये कढ़िया हुआ गाइडलाइंस है, इसनों असी लागू करना चाहिए। मेरे वालों फिर परसों नरसों DCs ਦਾ ਇੱਕ ਮੀਟਿੰਗ ਵੀ ਮੇਰਾ ਸੱਦਣੇ ਜਾ ਰਿਹਾ ਹੈ ਔਨ ਵਰਚੁਅਲ ਮੋਡ में VC इसमें, ਉਹਦੇ ਵਿੱਚ ਵੀ ਅਸੀਂ ਇਸ ਦੇ ਬਾਰੇ में ਵਿਸਤਾਰ ਨਾਲ ਚਰਚਾ ਕਰਾਂਗੇ। ਕਿਉਂਕਿ ਸਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਵੀ 400 ਇਨਡੋਰ ਤੇ 600 ਆਊਟਡੋਰ, ਇਹ ਇੰਨੇ ਕੁ ਦੇ ਵਿੱਚ ਤਾਂ ਰੈਲੀਆਂ ਕਿਵੇਂ ਸੰਭਵ ਹੋਣਗੀਆਂ? ਕਿਉਂਕਿ ਰੈਲੀਆਂ ਦੇ ਵਿੱਚ ਤਾਂ ਵੱਡੇ ਵੱਡੇ ਇਕੱਠ ਹੁੰਦੇ ਆ ਜੀ,
ਮਤਲਬ ਉਹਦੇ ਵਿੱਚ ਤਾਂ ਪੋਲੀਟੀਕਲ ਪਾਰਟੀਆਂ ਦਾ ਹੁੰਦਾ ਕਿ ਕਿੰਨੇ ਹਜ਼ਾਰ ਕਿੰਨੇ ਲੱਖ ਬੰਦੇ ਲੈ ਕੇ ਆਉਣੇ ਆ, ਤਾਂ ਮਤਲਬ ਉੱਥੇ ਡਿਸਟੈਂਸਿੰਗ ਕਿਵੇਂ ਕਰਨਗੇ ਜੀ, ਕਿ ਹੋਰ ਵੱਡੀਆਂ ਰੈਲੀਆਂ ਪੰਜਾਬ 'ਚ ਨਹੀਂ ਹੋਣਗੀਆਂ ਫਿਰ? ਦੇਖੋ, ਅਸੀਂ ਇਹ ਗਾਈਡਲਾਈਨਸ ਦੇ ਮੁਤਾਬਿਕ ਇਹ ਦੇਖਣ ਦੀ ਜ਼ਿੰਮੇਵਾਰੀ ਬਣਦਾ ਹੈ। ਵਰਚੁਅਲ ਮੀਟਿੰਗਾਂ ਜ਼ਿਆਦਾ ਅਗਰ ਕਰਨ ਤੋਂ ਲੋਕਾਂ ਨੂੰ ਫਾਇਦਾ ਹੁੰਦਾ ਹੈ। ਵਰਚੁਅਲ ਮੀਟਿੰਗਾਂ ਕਰਨ ਤੋਂ ਔਰ ਇਹ ਛੋਟੇ ਛੋਟੇ ਮੀਟਿੰਗਾਂ ਕਰੇ। ਜਦੋਂ MCC ਤੋਂ ਬਾਅਦ ਸਾਡਾ ਦਫ਼ਤਰ ਫਿਰ ਪਿਕਚਰ ਦੇ ਵਿੱਚ ਆਉਂਦੀ ਹੈ। ਇਸ ਤੋਂ ਪਹਿਲੇ ਇੱਕ नैतिक आधार पे मैं लोगों ਨੂੰ मैं बेनती करूँगा, क्योंकि इलेक्शन की तैयारी की में भी हमारा कामकाज होता है। बेनती यही है, क्योंकि ये बीमारी है बहुत जल्दी फैलता है, यही दुनियादी एक्सपीरियंस भी है और एक्सपर्ट्स दे एक्सपीरियंस से है। और स्टेट गवर्नमेंट लगातार मीटिंग लेके सारे डिपार्टमेंट्स ਨੂੰ कह रहे हैं। सो कि ये कम ये है, छोटे छोटे मीटिंग होने तो ਮੀਟਿੰਗ ਵੀ ਹੋ ਜਾਊਗਾ ਔਰ ਨਾਲ ਹੀ ਨਾਲ ਉਹਨਾਂ ਦਾ ਪੋਲੀਟੀਕਲ ਜਿਹੜੇ ਵੀ ਉਹਨਾਂ ਦਾ ਮੰਤਵ ਉਹ ਵੀ ਪੂਰਾ ਹੋਗਾ। ਸਾਡਾ ਇਲੈਕਸ਼ਨ ਦੀ ਤਿਆਰੀਆਂ ਵੀ ਬਹੁਤ ਬਿਹਤਰੀਨ ढंग से होगा और मैनेजमेंट भी ईजी होगा। बीमारी रोकथाम बहुत महत्वपूर्ण है और इलेक्शन भी बहुत महत्वपूर्ण है। दोनों महत्वपूर्ण चीज़ें लेके चलना पड़ेगा ਜੀ, ਕਿਉਂਕਿ ਰੈਲੀਆਂ ਤਾਂ ਪੋਲੀਟੀਕਲ ਪਾਰਟੀਆਂ ਤਾਂ ਇਦੋਂ ਬਿਨਾਂ ਰਹਿ ਹੀ ਨਹੀਂ ਸਕਦੀਆਂ ਪੰਜਾਬ ਦੇ ਵਿੱਚ, ਤਾਂ ਖਾਸ ਕਰਕੇ ਜੇ ਇਕੱਠ ਨਾ ਕਰਨ, ਇਹ ਵੱਡੇ ਵੱਡੇ ਇਕੱਠ ਨੁੱਕੜ ਮੀਟਿੰਗਾਂ ਤਾਂ ਤੁਸੀਂ 600 400 ਦੀ ਗੱਲ ਕਰ ਰਹੇ ਹੋ, ਤਾਂ ਇਦੋਂ ਤਾਂ ਇਹ ਕਿਤੇ ਨਾ ਕਿਤੇ ਲੈ ਜਾਂਦੇ ਨੇ। ਮੁੱਲ 10-20 ਹਜ਼ਾਰ ਤਾਂ ਨੋਰਮਲ ਗੱਲ ਆ, ਅਤੇ ਉੱਤੋਂ ਕੋਵਿਡ ਦਾ ਅਸਰ ਹੋਊਗਾ ਤਾਂ ਫਿਰ ਵੱਡੀ ਚੁਣੌਤੀ ਇਲੈਕਸ਼ਨ ਕਮਿਸ਼ਨ ਲਈ ਬਣੀ ਰਹੂਗੀ। ਕਿ ਸਖਤੀ ਦਾ ਦੌਰ ਰਹੂਗਾ ਫਿਰ? सख्ती ज़रूरी है, क्योंकि जब कानून लागू होता है सारियां वास्ते बराबर है। ਜਦੋਂ मॉडल कोड ऑफ कंडक्ट लगेगा ਅਸੀਂ सख्ती नाल पेश आएंगे। लोगों ने पहले हमारे कोशिश ये रहूगा, बेनती करे नॉर्मल काम चलते रहे। कोई भी किसी ने भी कोई पनिशमेंट करन दी या किसी के खिलाफ कार्रवाई करन दी कोई चंगी गल नहीं हुंदा। ਸਾਰਿਆਂ ਨੂੰ ਇੱਕ ਸਮਝ ਕੇ ਚੱਲਣਾ ਪੜੇਗਾ। ਇੱਕ ਟੀਮ ਵਰਕ ਹੈ ਇਸ ਕੰਮ ਦੇ ਵਿੱਚ ਪੋਲੀਟੀਕਲ ਪਾਰਟੀਆਂ ਵੀ ਬਹੁਤ ਇੰਪੋਰਟੈਂਟ ਸਟੇਕ ਹੋਲਡਰਸ ਨੇ। ਇੰਨਾ ਜ਼ਿਆਦਾ ਇਲੈਕਸ਼ਨਸ ਕਿਸ ਕਰਕੇ ਹੋ ਰਹੇ, ਉਹਨਾਂ ਦਾ ਕੈਂਡੀਡੇਟਸ ਹੈ, ਅਸੈਂਬਲੀ ਦੇ ਵਿੱਚ MLA ਬਣ ਕੇ ਜਾਣਾ ਹੈ, ਅਸੈਂਬਲੀ ਬਣਨਾ ਹੈ, ਨਵਾਂ ਅਸੈਂਬਲੀ ਬਣੇਗਾ, ਉਹ ਇਹਨਾਂ ਦੇ ਵਾਸਤੇ ਹੀ ਇਹ ਸਭੀ ਕੰਮ ਹਮ ਲੋਗ ਕਰ ਰਹੇ। ਇੱਕ ਵੱਡਾ ਇੱਕ ਤਿਆਰੀਆਂ ਅਸੀਂ ਉਹਨਾਂ ਦੇ ਵਾਸਤੇ ਕਰ ਰਹੇ। ਲੋਕ ਵੋਟਰ ਬਣ ਕੇ ਫਿਰ ਵੋਟ ਕਰਨ ਦੇ ਲੋਕ ਆਣਗੇ। ਇਹ ਸਭੀ ਇੰਨਾ ਜ਼ਿਆਦਾ ਸਟੇਕ ਹੋਲਡਰਸ ਹੈ। ਲੇਕਿਨ एक वास्तविकता ये भी है, कोरोना ਨੂੰ ਅਸੀਂ ਸਭ ਲੋਕ ਮੁੱਖ ਰੱਖਦੇ ਹੋਏ ਇਹ ਕੰਮ ਕਰਨਾ ਹੈ। ਸਰ, ਇਹ ਤਾਂ ਨਾਲ ਹੀ ਗੱਲ ਕਰੀਏ ਤਾਂ ਹੋਰ ਵੀ ਮੁੱਦੇ ਰਹਿਣਗੇ ਤੁਹਾਡੇ ਸਾਹਮਣੇ, ਬੜੀਆਂ ਚੁਣੌਤੀਆਂ ਨੇ। ਤੁਸੀਂ ਪੰਜਾਬ, ਕਿਉਂਕਿ ਸਰਕਾਰ ਜਦੋਂ ਕੋਡ ਲੱਗ ਜਾਂਦਾ ਤਾਂ ਤੁਸੀਂ ਹੀ ਸਰਕਾਰ ਹੁੰਦੇ ਹੋ, ਚੋਣ ਕਮਿਸ਼ਨ ਕੋਲ ਹੀ ਸਾਰੀਆਂ ਪਾਵਰਸ ਹੁੰਦੀਆਂ ਨੇ, ਅਤੇ ਦੂਜੇ ਪਾਸੇ ਪੋਲੀਟੀਕਲ ਪਾਰਟੀਆਂ ਦੀ ਜਿਹੜੀ ਸਰਕਾਰ ਹੁੰਦੀ ਆ ਉਹ ਬੜਾ ਦਖਲਅੰਦਾਜ਼ੀ ਜਿਹੜੀ ਹੈਗੀ ਆ ਜਾਂ ਉਸ ਤਰ੍ਹਾਂ ਦੇ ਫੈਸਲੇ ਪ੍ਰਭਾਵਿਤ ਹੁੰਦੇ ਨੇ। ਬਹੁਤ ਸਾਰਾ ਲੋਕਾਂ ਨੂੰ ਭਰਮਾਉਣ ਦੇ ਲਈ ਆਖਰੀ ਦੌਰਬਾਜ਼ੀਆਂ ਚੱਲਦੀਆਂ ਨੇ। ਜਿਹੜੇ ਅਫਸਰ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਕਰਨਗੇ ਜਾਂ ਕਿਸੇ ਵੀ ਤਰ੍ਹਾਂ ਦਾ ਇੱਕ ਪਾਸੜ ਜਾਂ ਇਨਫਲੂਐਂਸ ਕਰਦੇ ਨੇ, ਤੁਸੀਂ ਉੱਥੇ ਤੁਹਾਡਾ ਅਫਸਰਸ਼ਾਹੀ ਨੂੰ ਕੀ ਸੰਦੇਸ਼ ਹੈ? ਮੇਰਾ ਤਜਰਬਾ ਇਹ ਕਹਿੰਦਾ ਹੈ ਆਪਣਾ ਇਸ ਦਫ਼ਤਰ ਦੇ ਵਿੱਚ ਐਜ਼ ਏ CEO ਮੇਰਾ 4 ਸਾਲ ਹੋ ਗਿਆ ਹੈ ਔਰ ਇੱਕ ਪਾਰਲੀਮੈਂਟ ਇਲੈਕਸ਼ਨ ਦਾ ਅਸੀਂ ਕਰਵਾ ਚੁੱਕੇ हैं। मैं हेड ਕੀਤਾ और मेरा यकीनी तौर ਤੇ ਮੇਰਾ ਐਕਸਪੀਰੀਅੰਸ यही है। ਬਿਊਰੋਕ੍ਰੇਸੀ ਨਾਰਮਲੀ ਜਿਹੜੇ ਵੀ MCC ਲਾਗੂ ਹੋ ਜਾਂਦੇ, ਜਿਹੜੇ ਵੀ ਇਲੈਕਸ਼ਨ ਕਮਿਸ਼ਨ ਦਾ ਨਿਯਮ ਲਾਗੂ ਸਖਤੀ ਨਾਲ ਕਰਦੀ ਹੈ ਔਰ ਜਿੱਥੇ ਨਹੀਂ ਹੁੰਦਾ ਔਰ ਇੱਕ ਹੀ ਸਾਡਾ ਰਾਸਤਾ ਹੈ, ਕਿਉਂਕਿ ਲੋਕਾਂ ਦੀ ਵਿਸ਼ਵਾਸ ਰੱਖਣਾ ਬੇहद ਜ਼ਰੂਰੀ ਹੁੰਦਾ ਹੈ। ਇਲੈਕਸ਼ਨ ਦੇ ਵਿੱਚ ਇੱਕ ਲੈਵਲ ਪਲੇਇੰਗ ਫੀਲਡ ਕਿਸੇ ਹਾਲਤ में इसको डिस्टर्ब नहीं होना। ये लेवल प्लेइंग फील्ड सारिया ज़रूरी है। आल पार्टी हो, इंडिपेंडेंट कैंडिडेट हो, कोई भी किसी तरीके का पार्टी हो, वो सारिया वास्ते बना के रखना है और सिक्योरिटी ऑफ दी माहौल सिक्योर माहौल बना के देना है। और साथ ही साथ हम लोग इस बीमारी को देखते हुए सेफ इलेक्शन करने की एक तैयारी करना है और एनवायरनमेंटल फ्रेंडली इलेक्शन जितने सुप्रीम कोर्ट के गाइडलाइन है रात को 10 बजे तो बाद अपना ये माइक जिन्ना भी ਅਲਾਉਡ ਹੈ ਉਨਾ ਹੀ ਹੱਦ ਤੱਕ ਇਹ ਮਾਈਕ ਦੀ ਵਰਤੇ ਕਰ ਸਕਦੇ ਹੈ ਪੋਲੀਟੀਕਲ ਪਾਰਟੀਜ਼ ਜਾਂ ਕੋਈ ਵੀ। ਔਰ ਇਹ ਸਭ ਸਖਤੀ ਨਾਲ ਲਾਗੂ ਕਰਾਂਗੇ। ਇਹਦੇ ਵਿੱਚ ਕੋਈ ਹੀ देर इज़ नो स्कोप फॉर एनी वायलेशन। अगर कोई वायलेट करता है तुरंत कानून अपना काम करेगा। ਸਰ, ਇਸ ਵਾਰੀ ਚੋਣਾਂ ਦੇ ਵਿੱਚ ਕੀ ਨਵੇਂ ਸੁਧਾਰ ਕਰਨ ਜਾ ਰਹੇ ਹੋ ਤੁਸੀਂ? ਇਸ ਪ੍ਰਣਾਲੀ ਦੇ ਸਿਸਟਮ ਦੇ ਵਿੱਚ ਕੀ ਤੁਸੀਂ ਲੋਕਾਂ ਦੇ ਲਈ, ਜਾਂ ਤਾਂ ਕਿ ਬਿਹਤਰ ਰਵੇ, ਚੋਣ ਜਾਬਤਾ ਵਧੀਆ ਲੱਗੇ, ਚੋਣਾਂ ਸ਼ਾਂਤੀਪੂਰਨ ਢੰਗ ਨਾਲ ਹੋ ਸਕਣ, ਤੁਹਾਡਾ ਪ੍ਰਬੰਧ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਇਸ ਵਾਰੀ ਨਵੀਆਂ ਤੁਸੀਂ ਚੀਜ਼ਾਂ ਲੈ ਕੇ ਆ ਰਹੇ ਹੋ? हाँ, नवीं चीज़ ये है क्योंकि ਸਿਕਿਉਰਿਟੀ ਦੀ ਸਭ ਤੋਂ ਪਹਿਲੇ ਮੈਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ, ਸਾਡੇ ਸਟੇਟ ਦੇ ਵਿੱਚ
24,689 ਪੋਲਿੰਗ ਬੂਥਸ ਨੇ ਇਸ ਵੇਲੇ। ਜਿਵੇਂ ਜਿਵੇਂ ਅਸੀਂ 5 ਤਾਰੀਖ ਆ ਜਾਏਗਾ ਥੋੜਾ ਬਹੁਤ ਵੱਧ ਸਕਦਾ ਹੈ, ਆਗਜ਼ਿਲਰੀ ਪੋਲਿੰਗ ਬੂਥ ਵਧਾएंगे ਦੇਖਦੇ ਹੋਏ ਸਥਿਤੀ ਨੂੰ ਦੇਖਦੇ ਹੋਏ। ਅਦਰਵਾਈਜ਼ 24,689 ਪੋਲਿੰਗ ਬੂਥਸ ਦੇ ਵਿੱਚ ਅਸੀਂ ਵੈਬਕਾਸਟਿੰਗ ਦੀ ਤਿਆਰੀ ਕੀਤਾ ਹੈ। ਉੱਤੇ ਸਿੱਧਾ ਪ੍ਰਸਾਰਣ ਹੋਗਾ, ਲੋਕ ਦੇਖ ਸਕਦੇ ਹੈ। ਕੰਟਰੋਲ ਰੂਮ ਦੇ ਵਿੱਚ ਇੱਥੇ ਵੱਡਾ ਸਕਰੀਨ ਲੱਗੇ ਰਹੇਗਾ। ਇਹੋ ਜਿਹੀ ਡੀਸੀ ਸਾਹਿਬ ਦੀ ਦਫ਼ਤਰ ਦੇ ਵਿੱਚ ਵੀ ਵੱਡੇ ਵੱਡੇ ਸਕਰੀਨ ਲਗਾएंगे ਔਰ ਆਪਣਾ ਆਰਓ ਸਾਹਿਬ ਦੇ ਦਫ਼ਤਰ ਦੇ ਵਿੱਚ ਵੀ ਉੱਤੇ ਲੋਕ ਦੇਖ ਸਕਦੇ ਹੈ ਕਿਵੇਂ ਵੋਟਿੰਗ ਚੱਲ ਰਹੇ ਹੈ। ਵੋਟਿੰਗ ਦਾ ਸੀਕ੍ਰੇਸੀ ਨੂੰ ਮੁੱਖ ਰੱਖਦੇ ਹੋਏ ਉੱਤੇ ਕੋਈ ਲਾਅ ਐਂਡ ਆਰਡਰ ਪ੍ਰੋਬਲਮ ਨਾ ਹੋਵੇ ਔਰ ਲੋਕਾਂ ਨੂੰ ਇੱਕ ਪਾਰਦਰਸ਼ੀ ਢੰਗ ਨਾਲ ਅਸੀਂ ਕਰਨਾ ਹੈ। ਦੇਖੋ 24,689 ਬੂਥਸ ਤੋਂ सीधा प्रसारण लाइव देख सकते हैं। ये बहुत बड़ा एक ट्रांसपेरेंसी प्रोसीजर है। और साथ ही साथ जिथे जिथे ज़्यादा पोलिंग बूथ्स ने 4 ने 5 एक जगह वहाँ बाहर भी असी कैमरा लगाने की कोशिश की जा रहे हैं। मैं चाहूँगा इस तरीके जिन्ना भी 1,000-1,500 बूथ्स ने जिते 4 से ज़्यादा बूथ इकट्ठे हैं वहाँ भी हम लोग बाहर भी एक कैमरा लगाएंगे ताकि लोगों को कॉन्फिडेंस हो जाए इतने यार शांति दे नाल चोण हो रहे। एक हो गया ट्रांसपेरेंसी, पब्लिक आई, पब्लिक दी अखा के सामने काम होना चाहिए। एक्सेप्ट अपना वोटिंग की सीक्रेसी ਨੂੰ ਮੁੱਖ ਰੱਖਦੇ ਉਸਨੂੰ ਕੋਈ ਛੇੜਖਾਨੀ ਨਹੀਂ ਕਰ ਸਕਦਾ। और दूसरा फोर्सेस चूँकि इतने पंजाब पाकिस्तान की बॉर्डर ते बैठा है, अपना पंजाब की बॉर्डर है पाकिस्तान की, उत्थे सानू इन्फॉर्मेशन भी मिलता है, कुछ लॉ एंड आर्डर इशूज़ भी रहिंदा। इस करके फोर्सेस की रिक्वायरमेंट असी इलैक्शन कमीशन लिख के भेज दिता और इलैक्शन कमीशन भी गौर कर रही है, उसके मुताबिक अपने को फोर्सेस भी मिलेगा। लॉ एंड आर्डर के लिए 2 इंपॉर्टेंट चीज़ें होंदा है। और तीसरा है फुल HD कैमरा लगा के हर एक असैम्बली कॉन्स्टिट्यूंसी दे विच 3 मोबाइल वैनस नू असी तैनात करेंगे, जिमें मॉडल कोड ऑफ कंडक्ट लग जाएगा। ये 3 व्हीकल्स 24 घंटे उस इलाके दे विच अपना गेड़ा लगावांगे और देखते रहेंगे कि किमें रैलीस हो रहे या कोई फंक्शन हो रहे, कोई पार्टी का गैदरिंग हो रहे या किसी तरीका इस फंक्शनस हुंदा है पॉलिटिकल खास करके उसनों असी एक इलैक्ट्रॉनिक तरीके नाल एविडेंस की तरीके नाल असी उसको रिकॉर्डिंग करेंगे ताकि फ्यूचर दे विच जरूरत पड़ने पे वो काम आएगा। खास करके एक्सपेंडिचर मॉनिटर दे विच ये काम आएगा। अगर कोई पॉलिटिकल पार्टी अपना 500 कुर्सियाँ लगा हुआ है, 500 कुर्सी दिख जाएगा कैमरे दे विच, ये व्हीकल जाके उत्ते 5-10 मिनट रुके वो सारियां दे नाल गलबात भी करेगा। क्योंकि ये एक अपने पास टेक्नोलॉजी अवेलेबल है उसनों असी यूज़ कर रहे हैं। हर एक असैम्बली कॉन्स्टिट्यूंसी दे विच 3 व्हीकल्स देख लो, अपने पास 117 असैम्बली कॉन्स्टिट्यूंसी है, इंक्लूडिंग लगभग 330 व्हीकल्स अपना गाड़ी दे विच अपना पंजाब दे विच घूमते रहणगे। ये इस करके है लोगों नू असी विश्वास दिवाना है और यकीनी दिवाना है ताकि इलैक्शन कमीशन वॉच करती है और हर एक चीज़ नू रिकॉर्ड करती है ताकि आने वाले समय दे विच कोई भी कैंडिडेट दे ते अननेसरी एलीगेशनस ना लगे। साडा कोशिश यही है एक दूजे दे उत्थे अननेसरी एलीगेशनस लगन तो माहौल खराब हुंदा है, उसनू भी असी दूर करने लई एक प्रयास है। और तीसरा इशू ये रहेगा साडा आरओ साहिबान है, क्योंकि अपना कैंडिडेट जो भी आउंदे हैं नॉमिनेशन पेपर दाखिल करने ले सबमिट करने ले उन्होंने हेल्प करने ले एक बढ़िया हेल्प डेस्क उत्थे रहूगा जो कोविड कंडीशन को मुख रखते हुए कैंडिडेट्स जो भी उत्ते जाणगे उन्होंने बैठने दी। और साथ ही साथ ये नॉमिनेशन पेपर बहुत बल्कि हुंदा है, काफ़ी डिटेल्स लिखना पैंदा है, कई बार कैंडिडेट्स नू समझ विच नहीं आउंदी है। लेकिन इस बार असी एक वर्कशॉप भी कर दिता मैंने अपना आरओएस दी नाल, वो लगातार कैंडिडेट्स ने भी हेल्प करेंगे ताकि उनको कोई दिक्कत ना रहे। क्योंकि ये एक बड़ा टीम वर्क है, ये असी ये सभी काम इस करके कर रहे हैं कैंडिडेट्स चुन के असैम्बली दे विच जावे, उन्होंने कोई दिक्कत ना होवे, इसनों मुख रखते हुए ये काम की जा रहा है। ये बहुत इंपॉर्टेंट चीज़ें हैं। इस करके ट्रेनिंग्स आज 3, 4, 5, 6 4 दिन की ट्रेनिंग इस वास्ते जलंधर दे विच चल रहा है। 5 तारीख को मैं भी उत्थे जाके इस का ट्रेनिंग दे विच शामिल हो जाऊँगा। और 2 दिन पहले जिहड़े भी पुराने समय में ट्रेनिंग लिया है वो भी एक क्विज़ कंपटीशन दे विच उन्होंने भाग लिया अपना आरओस।
ਟ੍ਰੇਨਿੰਗ ਦੇ ਉੱਤੇ ਵੀ ਅਸੀਂ ਸਾਡਾ ਬਹੁਤ ਜ਼ਿਆਦਾ ਜ਼ੋਰ ਹੈ ਤਾਂ ਕਿ ਕੈਂਡੀਡੇਟਸ ਨੂੰ ਹੈਲਪ ਮਿਲ ਜਾਵੇ। ਔਰ ਕ੍ਰਿਮੀਨਲ ਐਂਟੀਸੀਡੈਂਟਸ ਦੇ ਬਾਰੇ ਮੈਂ ਆਪਣਾ ਪੰਜਾਬ ਦੀ ਵੋਟਰਸ ਨੂੰ ਅਤੇ ਸਿਟੀਜ਼ਨ ਨੂੰ ਦੱਸਣਾ ਹੈ। ਜਿਹੜੇ ਵੀ ਕੈਂਡੀਡੇਟਸ ਦੀ ਕ੍ਰਿਮੀਨਲ ਐਂਟੀਸੀਡੈਂਟਸ ਹੋਵੇ ਉਸ ਐਂਟੀਸੀਡੈਂਟਸ ਦੀ ਹਿਸਟਰੀ ਜਿਹੜੇ ਵੀ ਹੈ ਉਸ ਡਿਟੇਲ ਨੂੰ ਅਖਬਾਰ ਦੇ ਵਿੱਚ 3 ਵਾਰ ਦੇਣਾ ਹੈ ਔਰ ਟੀਵੀ ਦੇ ਵਿੱਚ 3 ਵਾਰ ਦੇਣਾ, ਇਲੈਕਟ੍ਰॉनिक ਮੀਡੀਆ ਔਰ ਪਾਰਟੀ ਖੁਦ ਆਪਣਾ ਵੈਬਸਾਈਟ ਦੇ ਵਿੱਚ ਰੱਖਣਾ ਹੈ ਇਹ ਸਭੀ ਡਿਟੇਲਸ। ਇਸ ਨੂੰ ਅਸੀਂ ਬਹੁਤ ਬਿਹਤਰੀਨ ਢੰਗ ਨਾਲ ਲਾਗੂ ਕਰਾਂਗੇ। ਸਰ ਇਹ ਤੁਸੀਂ ਨਵੀਂ ਟੈਕਨੋਲੋਜੀ ਇਸ ਵਾਰੀ ਅਡਾਪਟ ਕਰ ਰਹੇ ਹੋ, ਤੁਸੀਂ ਕਿਹਾ ਵੀ ਕੈਮਰੇਜ਼ ਹੋਰ ਚੀਜ਼ਾਂ ਜਿਹੜੀਆਂ ਕਿ ਐਚਡੀਜ਼ ਤੁਸੀਂ ਉਹ ਬੈਨਸ ਵਾਲਾ ਫਾਰਮੂਲਾ ਫਸਟ ਟਾਈਮ ਤੁਸੀਂ ਇਹਨੂੰ ਅਲਾਟ ਕਰ ਰਹੇ ਹੋ, ਜਿਹੜੀ ਬੈਨਸ ਵੇਚਣੀਆਂ ਉਹ ਐਕਟੀਵਿਟੀਜ਼ ਬਾਅਦ 'ਚ ਕਰਦੀਆਂ ਰਹਿਣਗੀਆਂ ਕਿ ਉੱਥੋਂ ਦੀਆਂ। ਨਸ਼ਿਆਂ ਦਾ ਮੁੱਦਾ ਵੀ ਰਹੂਗਾ, ਯੈਸ, ਸਭ ਤੋਂ ਵੱਧ ਪੰਜਾਬ ਲਈ ਚੁਣੌਤੀ ਰਹੂਗਾ ਕਿਉਂਕਿ ਜ਼ਿਆਦਾਤਰ ਸਾਡੇ ਇਹ ਆਮ ਲੋਕਾਂ ਦੇ ਵਿੱਚ ਇੱਕ ਚਰਚਾ ਹੁੰਦੀ ਹੈ ਕਿ ਯਾਰ 2 ਬੇਟੀਆਂ ਪਿੰਡ 'ਚ ਆ ਗਈਆਂ, ਉਹ ਫਲਾਣੇ ਨੂੰ ਦੇ ਦਿਓ, ਫਲਾਣੇ ਦੇ ਵੋਟਰਾਂ ਦੇ ਚਲੀਆਂ ਗਈਆਂ ਤਾਂ ਵੋਟ ਪ੍ਰਭਾਵਿਤ ਹੋ ਜਾਂਦੀ ਹੈ। ਅਤੇ ਤੁਹਾਡੀ ਅੱਖ ਜਿਹੜੀ ਆ ਉਹ ਉਸ ਨਸ਼ੇ ਦੇ ਜਿਹੜੇ ਕੈਂਡੀਡੇਟ ਇਸ ਤਰ੍ਹਾਂ ਦੀਆਂ ਚਲਾਕੀਆਂ ਕਰਦੇ ਆ ਜਾਂ ਇਸ ਵੋਟਰਾਂ ਨੂੰ ਭਰਮਾਉਣ ਲਈ ਕਰਦੇ ਆ, ਅਤੇ ਉਹਦੇ ਲਈ ਤੁਸੀਂ ਕੀ, ਨਸ਼ਿਆਂ ਦੇ ਲਈ ਤੁਸੀਂ ਕੀ ਇੰਤਜ਼ਾਮ ਕੀਤੇ ਨੇ ਰੋਕਣ ਦੇ ਲਈ? ਚਾਲਾਕੀ ਰਹਿ ਜਾਣਗੇ, ਬਸ ਕਾਮਯਾਬ ਨਹੀਂ ਹੋਣਗੇ। ਔਰ ਆਪਣਾ ਪੂਰਾ ਤਿਆਰੀਆ ਹੈ ਕਿਉਂਕਿ ਜਦੋਂ ਫੁੱਲ ਕਮਿਸ਼ਨ ਆਈ ਪੰਜਾਬ ਦੇ ਵਿੱਚ ਰਿਵਿਊ ਕਰਨ ਵਾਸਤੇ, ਉਸ ਦਿਨ ਨਾਰਕੋਟਿਕਸ ਕੰਟਰੋਲ ਬਿਊਰੋ ਇੱਕ ਦਫ਼ਤਰ ਹੈ ਚੰਡੀਗੜ੍ਹ ਦੇ ਵਿੱਚ। ਅੱਜ ਹੀ ਜਿਵੇਂ ਤੁਸੀਂ ਆ ਰਹੇ ਸੀ ਉਸ ਤੇ ਆਧੇ ਘੰਟੇ ਪਹਿਲੇ ਉਸ ਜਨਰਲ ਡਾਇਰੈਕਟਰ ਸਾਹਿਬ ਦੇ ਨਾਲ ਮੇਰਾ ਆਧੇ ਘੰਟੇ ਮੀਟਿੰਗ ਰਹੀ ਹੈ। ਉਹਨਾਂ ਵੱਲੋਂ ਪੂਰਾ ਪੰਜਾਬ ਦੇ ਵਿੱਚ ਆਪਣਾ ਉਹਨਾਂ ਦਾ ਜਾਲ ਫੈਲਾਇਆ ਹੋਇਆ ਹੈ, ਇਨਫੋਰਮੇਸ਼ਨ ਲੈ ਰਹੇ ਔਰ ਨਾਲ ਹੀ ਨਾਲ ਪੁਲਿਸ ਵੀ ਰਹੂਗਾ ਔਰ ਇਹ पुलिस डिपार्टमेंट का अलावा फोर्सेस है ये, दिस इज़ ए डिफरेंट, मतलब एक एडिशनल टीम्स ऐसी लगा रहे हैं। सेंटर के अंडर आती है जी ये, इसमें 3 लोग हैं। नारकोटिक्स कंट्रोल ब्यूरो गवर्नमेंट ऑफ इंडिया की डिपार्टमेंट है, अपना पुलिस डिपार्टमेंट पंजाब दा, और तीसरा अपना ड्रग्स कंट्रोलर हेल्थ डिपार्टमेंट दा। ये तीनों डिपार्टमेंट्स दा मिला के असी एक टीम्स बना रहे। पंजाब दे विच 23 जिले हैं, 23 जिले वास्ते असी टीम्स बना रहे हैं। उसमें मैं वक्री तौर से इंफ्रास्ट्रक्चर दे रहा हूँ। वो जिले जिले जाएंगे, जिन्हें भी लोग इस संबंधी हैं उन्होंने सैनिटाइज करेंगे। पिछली बार भी पार्लियामेंट इलेक्शन दे विच काफ़ी कामयाब रहा, इस बार भी हम उसको और विस्तार दे नाल करेंगे ताकि इस तरीके कोई कोशिश करता है, कोशिश रह जाएगा, वो कामयाब नहीं होंगे। सर किन्नियां कंपनीज तुसीं सेंटर गवर्नमेंट तो मंगियां ने ताकि सुरक्षा के इंतजाम पुख्ता हो सकन, किन्नी क तुहानूं सुभावना मिलण दी? मैं ਮੰਗਿਆ ਸੀ क्योंकि ਸਾਡਾ स्टेट ਦੇ ਵਿੱਚ स्टेट पुलिस नोडल ऑफिसर है और साडा DGP पंजाब उन्हां ਵੱਲੋਂ एक एक्सरसाइज करते हुए फोर्सेस ਦੀ ਮੰਗ ਸਾਡੇ ਕੋਲ ਭੇਜਿਆ है। और इस ਮੰਗ ਦੇ ਵਿੱਚ SSP ਸਾਹਿਬਾਨ, CP ਸਾਹਿਬਾਨ ਅਤੇ ਜ਼ਿਲ੍ਹੇ ਦੀ DC ਸਾਹਿਬਾਨ, ਇਹ तीनों रल मिल के ਜ਼ਿਲ੍ਹੇ ਦੇ ਵੀ एक प्लान बनाया ਸੀ। ये सारियां मिला के एक स्टेट दी प्लान बनया हुआ है। उस स्टेट प्लान ਨੂੰ मैं मानयोग इलेक्शन कमीशन ਨੂੰ ਭੇਜ ਦਿੱਤਾ और ਜ਼ਿਲ੍ਹੇ ਦੀ अपना साडा स्टेट ਦੀ रिक्वायरमेंट 1000 कंपनीज ਦੀ आसपास है। देख लो चूँकि पूरा देश भर फोर्सेस देना है, वो इलेक्शन कमीशन तय करेगा। साडा स्टेट दी इश्यूज़ मैंने एक एक चीज़ फ्लैग करके फिर मानयोग कमीशन ਨੂੰ ਭੇਜ ਦਿੱਤਾ। देखेंगे जितना भी फोर्सेस आएगा, चूँकि यहाँ पॉलिटिकल कंपटीशन रहता है लेकिन इतने वायलेंस नहीं होता, ये मेरा पर्सनल तजुर्बा रहा। लोग बहुत सियाना है यहाँ, पॉलिटिकल पार्टी लीडर्स भी रैलीज वगैरह करते हैं लेकिन वायलेंस नहीं होता इतने। हाँ, कंपटीशन बहुत टग्गा फार होता है, ऐसा लगता है बहुत कंपटीशन है लेकिन बिकॉज ऑफ मैच्योरिटी है, पॉलिटिकल पार्टीज बहुत मैच्योर है, कैंडिडेट्स बहुत मैच्योर होता है, इवन जितना भी लीडर्स हैं मैच्योरिटी है। इस करके मैनू कोई तकलीफ कदे नहीं हुई। मैं यही आस करदा और आस करन ते नहीं हुंदा, कोशिश करदा कंप्लीट करके फ्री एंड फेयर एंड सेफ पीसफुल इलेक्शन होना ही है, करांगा असी। सर पंजाब ਦੇ ਵਿੱਚ ਕਿੰਨੇ ਪੋਲਿੰਗ ਬੂਥਸ ਹੈਗੇ ਨੇ, ਕਿੰਨੇ ਸੈਂਸਿਟਿਵ ਬੂਥ ਨਵੇਂ ਬਣੇ ਨੇ, ਕਿਸ ਤਰੀਕੇ ਨਾਲ ਤੁਸੀਂ ਉਹਨੂੰ ਨਵਾਂ ਰਿਵਿਊ ਕੀਤਾ? ਕਿਉਂਕਿ ਪਿਛਲੀ ਵਾਰ ਤੁਸੀਂ ਕਾਫੀ ਡਿਟੇਲ ਦੇ ਵਿੱਚ ਸਾਨੂੰ ਦੱਸਿਆ ਸੀਗਾ, ਕੋਈ ਉਹਦੇ ਵਿੱਚ ਅਪਡੇਟਸ ਹੈਗੇ, ਕਿੰਨੇ ਸੈਂਸਿਟਿਵ ਬੂਥ ਨੇ, ਕਿਹੜੇ ਕਿਹੜੇ ਤੁਹਾਨੂੰ ਲੱਗਦਾ ਵੀ ਹਲਕਿਆਂ ਦੇ ਵਿੱਚ ਵਾਇਲੈਂਸ ਹੋ ਸਕਦੀ ਹੈ? ਅਸੀਂ ਆਈਡੈਂਟੀਫਾਈ ਕੀਤਾ 3000 ਕੀ ਅਪਰੋਕਸੀਮੇਟਲੀ ਬੂਥਸ ਨੂੰ ਕ੍ਰਿਟੀਕਲ ਬੂਥਸ ਨੇ ਪੰਜਾਬ ਦੇ ਵਿੱਚ। ਆਊਟ ਆਫ 24,689 ਬੂਥਸ ਅਪਰੋਕਸੀਮੇਟਲੀ 3000 ਬੂਥਸ ਨੂੰ ਅਸੀਂ ਕ੍ਰਿਟੀਕਲ ਡੈਜ਼ਿਗਨੇਟ ਕੀਤਾ ਹੈ।
ये क्रिटिकल डेजिग्नेटेड बूथ्स ਦੇ ਉੱਤੇ ਫੋਰਸਿਸ ਜ਼ਿਆਦਾ रहेंगे ਔਰ ਇਸ ਬੂਥ ਦੀ ਸੰਖਿਆ ਵੱਧ ਵੀ ਸਕਦੇ ਘਟ ਵੀ ਸਕਦੇ ਹੈ। ਵੱਧ ਇਸ ਕਰਕੇ ਕਰ ਸਕਦੇ ਹੈ ਕੋਈ ਕੈਂਡੀਡੇਟ ਉੱਥੇ ਆਉਣ ਵਾਲੇ ਕਈ ਵਾਰ ਕੋਈ ਨਵਾਂ ਕੈਂਡੀਡੇਟ ਇਹੋ ਜਿਹਾ ਆਉਂਦਾ ਉਹਨਾਂ ਦਾ ਕਾਫੀ ਉਸ ਏਰੀਆ ਦੇ ਵਿੱਚ ਪ੍ਰਭਾਵ ਹੈ। ਇਸ ਤਰੀਕਾ ਲੋਕ ਹੁੰਦਾ ਉਸ ਸਮੇਂ ਅਸੀਂ ਇਸ ਕ੍ਰਿਟੀਕੈਲਿਟੀ ਨੂੰ ਰਿਵਿਊ ਕਰਦੇ ਹਾਂ और ज़रूरत पड़ने पे क्रिटिकल बूथ्स की संख्या असी बढ़ा देंगे और नाल ही नाल एक्सपेंडिचर सेंसिटिविटी भी असी देखते हैं। ਜਿਹੜਾ ਖਰਚਾ ਹੁੰਦਾ ਹੈ खर्चा एक्सपेंडिचर सेंसिटिव ਨੂੰ ਅਸੀਂ ਦੇਖਦੇ ਕੈਂਡੀਡੇਟ ਨੂੰ ਅਸੀਂ ਮੁੱਖ ਰੱਖਦੇ ਹਾਂ ਔਰ ਪਿਛਲੀ ਵਾਰ ਉੱਥੇ ਕਿਆ ਪਿਛਲੀ ਵਾਰ ਉਸ ਕੰਸਟੀਟੈਂਸੀ ਦੇ ਵਿੱਚ ਇਹੋ ਜਿਹਾ ਕੋਈ ਬਰਾਮਦਗੀ ਜਾਂ ਸੀਜ਼ਰਸ ਹੋਈ ਕਿਆ ਕੋਈ ਲਿਕਰ ਸੀਜ਼ਰ ਹੋਈ या कोई मनी सीजर हुई या गोल्ड सीजर हुई इसनों मुख रखते हुए उस इलाका नू उस कंस्टिट्यूंसी नू फिनेंशियल अपना एक्सपेंडिचर दृष्टिकोण से सेंसिटिव घोषित करेंगे एक्सपेंडिचर। सो ये भी है साढ़े कोल उसमें जिते जिते सानू एक्सपेंडिचर सेंसिटिव कंस्टिट्यूंसीज लगता उत्ते दो दो वड्डे वड्डे अफसर नू असी तैनात करेंगे। ਸਰ ਜਿਵੇਂ ਬਦਲੀਆਂ ਦਾ ਹੁੰਦਾ ਹੈ ਜੀ ਚੋਣ ਡਿਊਟੀਆਂ ਲੱਗਦੀਆਂ ਨੇ ਜਾਂ ਬਦਲੀਆਂ ਨੂੰ ਲੈ ਕੇ ਅਕਸਰ ਹੀ ਤੁਹਾਡੇ ਕੋਲੇ ਲੋਕੀ ਅਪਰੋਚ ਕਰਦੇ ਆ ਪੋਲੀਟੀਕਲ ਵੀ ਰੌਲਾ ਪਾਉਂਦੇ ਆ ਜੀ ਮੇਰੀ ਡਿਊਟੀ ਲੱਗ ਗਈ ਕੱਟ ਦਿੱਤੀ ਜਾਵੇ। ਖਾਸ ਕਰਕੇ ਟੀਚਰਸ ਦਾ ਵੀ ਹੁੰਦਾ ਚਲੋ ਜਿਹਦੀ ਕੋਈ ਜਾਇਜ਼ ਹੈਗੀ ਆ ਉਹ ਤਾਂ ਤੁਸੀਂ ਉਹਨੂੰ ਵਾਚ ਕਰਦੇ ਰਹਿੰਦੇ ਹੋ। ਜੇ ਕੋਈ ਲੋੜਵੰਦ ਉਸ ਤਰੀਕੇ ਦਾ ਹੈ ਕੋਈ ਬਿਮਾਰ ਹੈ ਕੋਈ ਕੈਂਸਰ ਦਾ ਪੇਸ਼ੈਂਟ ਹੈ ਜਾਂ ਉਹਦੀ ਸਮੱਸਿਆ ਹੈਗੀ ਆ ਉਹ ਤਾਂ ਤੁਸੀਂ ਸੁਣ ਕੇ ਉਹਦੀ ਡਿਊਟੀ ਕਟਿੰਗ ਜਾਂ ਕਰ ਸਕਦੇ ਹੋ। ਪਰ ਜ਼ਿਆਦਾਤਰ ਲੋਕਾਂ ਦੇ ਵਿੱਚ ਇਹੀ ਹੁੰਦਾ ਮਾਨਸਿਕਤਾ ਜਿਹੜੀ ਹੁੰਦੀ ਹੈ ਕਿ ਮੇਰੀ ਡਿਊਟੀ ਨਾ ਹੀ ਲੱਗੇ ਇਲੈਕਸ਼ਨ 'ਚ ਐਵੇਂ ਕਿੱਥੇ ਉੱਥੇ ਰੌਲਾ ਪੈ ਗਿਆ ਪੰਗਾ ਹੋ ਜੂ। ਦੂਜੇ ਪਾਸੇ ਇੱਕ ਤਾਂ ਸਵਾਲ ਇਹ ਆ ਦੂਜਾ ਜਿਹੜੇ ਅਫਸਰ ਚਾਹੇ ਉਹ ਸੀਟਾਂ 'ਤੇ ਬੈਠੇ ਨੇ ਇੱਕ ਜ਼ਿਲ੍ਹੇ ਦੇ ਵਿੱਚ ਹੀ ਬੈਠੇ ਨੇ ਪੁਰਾਣੇ ਟਾਈਮ ਤੋਂ ਬੈਠੇ ਨੇ ਉਹ ਚੋਣ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੇ ਕਈ ਤਾਂ ਸਰਕਾਰ ਦੇ ਹੀ ਕਹਿਣੇ ਦੇ ਮੁਤਾਬਕ ਉਹਨਾਂ ਦੇ ਇੰਨੇ ਮਰੀਦ ਹੋ ਚੁੱਕੇ ਹੁੰਦੇ ਨੇ ਵੀ ਉਹਨਾਂ ਦੀ ਕਹਿਣੀ ਮੋੜਨੀ ਔਖੀ ਹੁੰਦੀ ਹੈ ਲੰਬੇ ਸਮੇਂ ਤੋਂ। ਕਈ ਤਰ੍ਹਾਂ ਦੇ ਡਿਪਾਰਟਮੈਂਟਸ ਵੀ ਹੁੰਦੇ ਨੇ ਕਈ ਤਰ੍ਹਾਂ ਦੇ ਲੋਕਲ ਪੁਲਿਸ ਸਟੇਸ਼ਨਸ ਦੇ ਵਿੱਚ ਲੱਗੇ ਹੁੰਦੇ ਨੇ। ਇਸ ਸਿਸਟਮ ਨੂੰ ਇਸ ਢਾਂਚੇ ਨੂੰ ਤੁਸੀਂ ਕਿਵੇਂ ਰਾਹ 'ਤੇ ਲੈ ਕੇ ਆਓਗੇ? देखो साडा पूरा कम है इस 3-4 महीने दी बहुत क्लोजली वॉच करते हुए रिव्यू करते हुए काम करने वाली कम है ये। इस दे विच ज़रूरी महकमाएँ हैं खास करके रेवेन्यू पुलिस लोकल बॉडीज़ एक्साइज डिपार्टमेंट है पंचायत एंड रूरल डेवलपमेंट डिपार्टमेंट कोऑपरेशन डिपार्टमेंट ये ज़रूरी डिपार्टमेंट्स है ये। ਇਸ ਡਿਪਾਰਟਮੈਂਟਸ ਦੀ ਜਿਹੜੇ ਵੀ ਅਫਸਰ ਸਾਹਿਬਾਨ ਉੱਥੇ ਇਲੈਕਸ਼ਨ ਕਮਿਸ਼ਨ ਦੀ ਇੱਕ ਪਾਲਿਸੀ ਹੈ ਇਸ ਪਾਲਿਸੀ ਦੇ ਮੁਤਾबिक ਉੱਥੇ 3 ਸਾਲ ਸੇ ਜ਼ਿਆਦਾ ਨਹੀਂ ਰਹਿਣਾ ਚਾਹੀਦਾ। ਦੂਸਰਾ ਪਿਛਲੀ ਵਾਰ ਅਸੈਂਬਲੀ ਇਲੈਕਸ਼ਨ ਸਮੇਂ ਦੇ ਵਿੱਚ ਉੱਥੇ ਨਹੀਂ ਰਹਿਣਾ ਚਾਹੀਦਾ ਔਰ ਤੀਸਰਾ ਹੈ ਉਹਨਾਂ ਦਾ ਉੱਥੇ ਕੋਈ ਕ੍ਰਿਮੀਨਲ ਕੇਸਿਸ ਕੋਰਟ ਦੇ ਵਿੱਚ ਨਹੀਂ ਚੱਲਣਾ ਚਾਹੀਦਾ ਔਰ ਫੋਰਥ ਇੰਪੋਰਟੈਂਟ ਹੈ ਚਿੰਗ ਪੰਜਾਬ ਛੋਟਾ ਸਟੇਟ ਹੈ ਉਹਨਾਂ ਦਾ ਰਿਸ਼ਤੇਦਾਰ एक्टिव पॉलिटिशियन उस इलाके दे विच नहीं होना चाहिए और इस आशय दी नाल इस मंतव्य दी नाल वो एक फिडविट भी दिंदा है एक सैल्फ डिक्लेरेशन ये लिख के ही उन्होंने असी इलैक्शन दे काम दे विच तैनात करते हैं और इस तो अलावा कोई छुपाता है या कोई पिछली इलैक्शन दे विच उन्हां दा उत्थे कोई कार्रवाई हुई है इलैक्शन कमिशन वालों उन्होंने जरूर अपन इस इलैक्शन प्रोसेस ते अलग करेंगे या कोई इस क्राइटेरिया ਦੇ ਵਿੱਚ ਆਉਂਦੇ ਉਹਨਾਂ ਨੂੰ ਜਾਂ ਕੋਈ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਦੇ ਮੁਤਾਬਿਕ काम नहीं कर पा रहे फॉर एग्जांपल कोविड गाइडलाइन लागू ही नहीं कर पा रहे फिर उन्होंने इलैक्शन कमीशन नॉर्मली बर्दाश्त नहीं कर सकती इलैक्शन कमीशन ही नहीं लोग भी बर्दाश्त नहीं करेंगे। सो ये बहुत इंपॉर्टेंट है लोग ब्यूरोक्रेसी समझती हैं बहुत सीनियर अफसर्स ने एक 10 15 साल दी सर्विस दे अफसर्स ने एक कागज़ तो पढ़न तो उन्होंने समझ में आ ही जाती है और किस माहौल ते ये लोग काम कर रहे समझ में आ ही जाता है। अगर कोई भी इस तरीका गाइडलाइनस नू वायलेट करता है उन्हां दा खिलाफ कार्रवाई होना लाजमी है उहदे विच कोई शक की कोई गुंजाइश है ही नहीं है। और हैल्थ महकमा की इस काम दे विच मेरा बहुत बड़ा एक पार्टनर है हेल्थ महकमा क्योंकि कोविड दी उहदे विच उन्हां दा रोकथाम दे विच लोकां नूं अवेयरनेस करन दे लई और बाद च एक पोलिंग बूथ दे विच लोकां नूं
कोई थर्मामीटर टैंपरेचर देखना, ये बहुत बड़ा काम करने लिए वो मेरा पार्टनर है हेल्थ महकमा। इसके पहले हम लोग हेल्थ महकमा को इलेक्शन के काम में नहीं लगाते, BLO के काम बिल्कुल ही नहीं लगाएंगे, क्योंकि उन्होंने एक बड़ा पद्धरी जिम्मेदारी हुण बन गया है। वो साडे नाल रल के ही काम करेंगे, खास करके कोविड ਨੂੰ हैंडल करने ਦੇ ਵਿੱਚ, वैक्सीनेशन करना है ये वो। इस करके ब्यूरोक्रेसी हमेशा ਜਿਹੜੇ भी नियम फॉलो करती है, अगर नहीं करता अंजाम ਸਾਰਿਆਂ ਨੂੰ ਪਤਾ ਹੈ ਔਰ ਅੰਜਾਮ ਵੀ ਕੁਇਕਲੀ ਹੁੰਦਾ ਹੈ। ਸਰ ਦੂਜੇ ਪਾਸੇ ਜੇ ਅਸੀਂ ਇਸ ਗੱਲ ਨੂੰ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ ਕਿ ਕੋਵਿਡ ਦਾ ਜਿਹੜਾ ਖਤਰਨਾਕ ਹੈ, ਕਿ ਵੋਟ ਪਾਉਣ ਵਾਲਾ ਜਿਹੜਾ ਵੋਟਰ ਹੈ ਉਹਦੇ ਵੈਕਸੀਨੇਸ਼ਨ ਲੱਗੀ ਹੋਣੀ ਚਾਹੀਦੀ ਹੈ ਜਾਂ ਬਿਨਾਂ ਵੈਕਸੀਨੇਸ਼ਨ ਵਾਲਾ ਵੀ ਵੋਟ ਪਾ ਸਕਦਾ ਹੈ? बिना वैक्सीनेशन वाला भी पा सकते हैं, ऐसा कोई ज़रूरी नहीं है, लेकिन कोशिश यही है अगर वैक्सीनेशन करोगे तो बड़ा सेफ्टी है, क्योंकि इतना ज़्यादा वैक्सीन्स है, फर्स्ट डोज हो गया, सेकंड डोज हो गया, और कोई इधर उधर इक्का दुक्का कोई बचा हुआ है, उन्होंने बेनती है मेरा तुसी भी वैक्सीनेशन कर लो, क्योंकि ਜਦੋਂ ਤੁਸੀਂ ਲੋਕਾਂ ਦੇ ਵਿੱਚ ਵਿਚਰੋਗੇ ਤੁਹਾਡਾ ਸਿਹਤ ਤੁਸੀਂ ਆਪਣੇ ਆਪ ਖਿਆਲ ਰੱਖਣਾ ਪੈਂਦਾ ਹੈ। ਔਰ ਖਾਸ ਕਰਕੇ ਸਾਡਾ ਡਿਊਟੀ ਦੇ ਵਿੱਚ ਜੇ ਲੱਗਣੇ ਵਾਲੇ ਸਟਾਫ ਹੈ ਉਹਨਾਂ ਨੂੰ ਫਰੰਟਲਾਈਨ ਵਰਕਰਸ ਘੋਸ਼ਿਤ ਕਰ ਚੁੱਕੇ ਹੈ, ਇਲੈਕਸ਼ਨ ਕਮਿਸ਼ਨ ਵੱਲੋਂ ਅਤੇ ਸਟੇਟ ਗਵਰਨਮੈਂਟ ਵੱਲੋਂ ਵੀ ਘੋਸ਼ਿਤ ਕਰ ਚੁੱਕੇ ਨੇ। ਉਹਨਾਂ ਨੂੰ 2 ਡੋਜ਼ ਲੱਗ ਜਾਣਾ ਚਾਹੀਦਾ, ਔਰ ਜਿੱਥੇ ਜਿੱਥੇ ਕੋਈ ਹੈਲਥ ਕੰਡੀਸ਼ਨਸ ਵਰਕ ਕਰਕੇ ਉਹਨਾਂ ਦਾ ਸੈਕੰਡ ਡੋਜ਼ ਨਹੀਂ ਲੱਗਾ ਹੋਗਾ, ਉਹਨਾਂ ਦਾ ਬੇਨਤੀ ਹੈ ਮੇਰਾ ਉਹ ਜਲਦੀ ਕਰ ਲਓ। वहाँ का DCs ਆਲਰੇਡੀ ਆਪਣਾ ਉੱਥੇ ਕੈਂਪਸ ਲਗਾ ਰਹੇ, ਇਹ ਹੋ ਜਾਊਗਾ, ਸਟਾਫ ਕੰਪਲੀਟ ਵੈਕਸੀਨੇਟਡ ਹੋ ਜਾਊਗਾ ਤਾਂ ਕਿ ਉਹ ਆਪਣਾ ਬਚਾਓ ਲੈ। ਵੋਟਿੰਗ ਦੇ ਦੌਰਾਨ ਕੋਵਿਡ ਵਾਸਤੇ ਮਟੀਰੀਅਲਸ ਅਸੀਂ 100% ਬੂਥਸ ਦੇ ਵਿੱਚ ਅਵੇਲੇਬਲ ਕਰਾਂਗੇ, PP किट अवेलेबल करवाएंगे, ग्लव्स अवेलेबल करवाएंगे, बूथ दा सैनिटाइजेशन करवाएंगे पहले ही, और उत्ते साबुन ये सभी उत्ते अवेलेबल करवाएंगे, और डिजिटल थर्मामीटर होगा, मास्क होवेगा, चूँकि मास्क लोग लगा के आएंगे, अगर कोई भुल गया, चूँकि इलेक्शन है, त्यौहार दी माहौल है, कोई एक्साइटमेंट होंदा है, कोई भुल जाता है, वो ਭੱਜੇ ਭੱਜੇ ਆ ਹੀ ਜਾਂਦਾ ਆਪਾਂ ਉੱਥੇ ਬੂਥ ਦੇ ਵਿੱਚ। ਉੱਥੇ ਆਉਣ ਤੋਂ ਬਾਅਦ ਉਹਨਾਂ ਨੂੰ ਪਤਾ ਚੱਲ ਗਿਆ ਮੇਰਾ ਮਾਸਕ ਭੁੱਲ ਗਿਆ ਹੈ, ਲੇਕਿਨ ਉੱਥੇ ਅਸੀਂ ਮਾਸਕ ਵੀ ਕੁਝ 50% ਅਵੇਲੇਬਲ ਕਰਾਂਗੇ ਤਾਂ ਕਿ ਉਹਨਾਂ ਨੂੰ ਤੁਰੰਤ ਦੇਵਾਂਗੇ, ਤਾਂ ਕਿ ਉਹਨਾਂ ਦਾ ਬਚਾਓ ਹੋਵੇ ਔਰ ਲੋਕਾਂ ਨੂੰ ਵੀ ਬਚਾਓ ਹੋਵੇ। ਔਰ ਲੰਬੇ ਲਾਈਨ ਨਹੀਂ ਰਹੇਗਾ, ਛੋਟਾ ਸਾ ਲਾਈਨ ਰਹੇਗਾ, ਉਸ ਲਾਈਨ ਦੇ ਵਿੱਚ ਵੀ ਅਸੀਂ ਮਾਰਕਿੰਗ ਕਰਕੇ ਰੱਖेंगे, वाइट मार्किंग, ताकि एक दूसरे ਦੀ ਵਿਚਕਾਰ ਦੂਰੀ 2 ਗਜ ਜ਼ਰੂਰੀ ਹੋਵੇ। ਔਰ ਬਾਕੀ ਜਿੰਨਾ ਵੀ ਵੋਟਰਸ ਆਏ ਨੇ ਉਹਨਾਂ ਨੂੰ ਸ਼ਾਮਿਆਨਾ ਲਗਾ ਕੇ, ਕੁਰਸੀ ਲਗਾ ਕੇ ਉੱਥੇ ਬਿਠਾਵਾਂਗੇ। ਸਰ ਦੂਜੇ ਪਾਸੇ ਇਹ ਵੀ ਚਰਚਾ ਹੈਗੀ ਹੈ, ਜਿਵੇਂ ਅਕਾਲੀ ਦਲ ਦੇ ਆਗੂ ਵਿਕਰਮ ਮਜੀਠੀਆ ਦੇ ਖਿਲਾਫ ਇੱਕ ਪਰਚਾ ਦਰਜ ਹੋਇਆ, ਕਿ ਇਹ ਜੇ ਕਿਸੇ ਦੇ ਖਿਲਾਫ ਪਰਚਾ ਦਰਜ ਹੋ ਜਾਂਦਾ ਹੈ, ਮਤਲਬ ਸਰਕਾਰ ਕਰ ਲੈਂਦੀ ਹੈ, ਤਾਂ ਉਹ ਇਲੈਕਸ਼ਨ ਲੜ ਪਾਉਣਗੇ ਜਾਂ ਨਹੀਂ? इलेक्शन लड़ने के लिए एक कंडीशंस हैं, उस कंडीशंस के मुताबिक जेडे भी कैंडिडेट खरे उतरता है वो इलेक्शन लड़ेगा। FIR दर्ज होना या कोई क्रिमिनल केस दर्ज होना वो अपना फार्म नंबर 26 में दिखाना पैंदा है, वो उन्हां दा जिम्मेदारी है। उस वास्ते रिटर्निंग अफसर देखेगा जेडे भी कैंडिडेट अपना जो फार्म नंबर 26 ਦੇ ਵਿੱਚ ਇਹ सभी ठीक ढंग नाल लिखा नहीं लिखा ये देखेगा। अगर कोई नहीं लिखता और फिर अपोजिट कैंडिडेट ऑब्जेक्शन लगाएगा, फिर RO साहब सुनवाई करेंगे, सुनवाई करके अपना फैसला करेगा। चूँकि नॉमिनेशन फॉर्म बहुत इंपॉर्टेंट इशू है, ਇਹਦੇ ਲਈ सभी कैंडिडेट्स को पता है। अब ਉਹਨਾਂ ਦਾ खिलाफ ਜਿਹੜੇ ਵੀ ਮਾਮਲਾ ਹੈ ਉਹ ਜ਼ਰੂਰ ਦਰਜ ਕरेंगे, और ਜੇ ਦਰਜ ਕਰਨ ਤੋਂ ਬਾਅਦ 3 ਵਾਰ ਲੋਕਾਂ ਨੂੰ ਪ੍ਰਿੰਟ ਮੀਡੀਆ ਦੇ ਰਾਹੀਂ, ਇਲੈਕਟ੍ਰੋਨਿਕ ਮੀਡੀਆ ਦੇ ਰਾਹੀਂ ਲੋਕਾਂ ਨੂੰ ਦੱਸਣਾ ਜ਼ਰੂਰੀ ਹੈ, ਇਸ ਨੂੰ ਵਾਇਲੇਟ ਨਹੀਂ ਕਰ ਸਕਦਾ। ਔਰ ਤੀਸਰਾ ਹੈ ਇਸ ਐਡਵਰਟਾਈਜ਼ਮੈਂਟ ਜਿਹੜੇ ਵੀ ਦੇ ਰਹੇ ਹੈ उसमें लिखा हुआ है कमीशन ਦੀ गाइडलाइन ਦੇ ਵਿੱਚ उस एरिया ਦੇ ਵਿੱਚ ज़्यादा से ज़्यादा सर्कुलेशन दी अखबार है उसमें देना है। ये नहीं है एक अखबार है सर्कुलेशन बहुत कट्टा है उस एरिया ਦੇ ਵਿੱਚ नहीं छपदा है, ऐसा नहीं है। उस एरिया ਦੇ ਵਿੱਚ ਜਿਹੜੇ भी फॉर एग्जाम्पल पंजाब है, पंजाबी दी अखबार लोग पढ़ते हैं और कुछ एरिया ਦੇ हिंदी दी अखबार पढ़ते हैं, पंजाबी ਦਾ अखबार भी जरूर देना है ताकि लोगों ਨੂੰ इन्फॉर्मेशन हो जाए। और साइज़ भी बहुत घट नहीं है ताकि लोगों ਨੂੰ पढ़न ਦੇ ਵਿੱਚ आना चाहिए।
ये बहुत स्पष्ट है। इस बार देखो लोगों को काफ़ी इन्फॉर्मेशन दे रहे, इस करके हमारा सिस्टमैटिक वोटर एजुकेशन फॉर इलेक्टोरल पार्टिसिपेशन काम लंबे समय से ऐसे चला रहे ताकि लोगों को ये सारी इन्फॉर्मेशन हो जाए, वो कैंडिडेट्स के बारे में ਵੱਧ ਤੋਂ ਵੱਧ ਜਾਣਕਾਰੀ ਇਕੱਠਾ ਕਰੇ। ਤੇ ਮੇਰਾ ਆਖਰੀ ਸਵਾਲ ਹੈ ਸਰ, ਜਿਹੜਾ ਚੋਣ ਮੈਨੀਫੈਸਟੋ ਹੈ ਇਹ ਪਾਰਟੀਆਂ ਬਣਾਉਂਦੀਆਂ ਨੇ, ਪੰਜਾਬ ਦੇ ਲੋਕਾਂ ਨਾਲ ਹਰ ਸਾਲ ਵੱਡੇ ਵੱਡੇ ਵਾਅਦੇ ਹੁੰਦੇ ਨੇ। ਪ੍ਰਸ਼ਾਂਤ ਕਿਸ਼ੋਰ ਵਰਗੇ ਸਟੈਟਿਸਟਿਕਸ ਜਿਹੜੇ ਨੇ, ਜਾਂ ਇਹਨਾਂ ਨੂੰ ਪੰਜਾਬੀ 'ਚ ਅਸੀਂ ਕਹਿੰਦੇ ਵੀ ਜੁਮਲੇ ਵੇਚਣ ਵਾਲੇ, ਮਦਾਰੀ ਸੁਪਨੇ ਵੇਚਣ ਵਾਲੇ, ਉਹ ਲੋਕਾਂ ਨੂੰ ਪਾਰਟੀਆਂ ਦੇ ਵਿੱਚ ਚੋਣ ਮੈਨੀਫੈਸਟੋ ਦੇ ਵਿੱਚ ਵੱਡੇ ਵੱਡੇ ਵਾਅਦੇ ਹੋ ਜਾਂਦੇ ਨੇ। ਕਰਦੀਆਂ ਤੇ ਪਾਰਟੀ ਨੇ, ਸਟ੍ਰੈਟੇਜਿਕਸ ਨੇ ਤਾਂ ਆਪਣੀ ਐਡਵਾਈਸ ਹੀ ਦੇਣੀ ਹੁੰਦੀ ਆ। ਉਸ ਚੋਣ ਮੈਨੀਫੈਸਟੋ ਨੂੰ ਕਿਸ ਤਰ੍ਹਾਂ ਇਲੈਕਸ਼ਨ ਕਮਿਸ਼ਨ ਨੇ ਕੋਈ ਹਜੇ ਤੱਕ, ਜਾਂ ਕਿਵੇਂ ਉਹਨੂੰ ਕਾਨੂੰਨੀ ਮਾਨਤਾ ਮਿਲੇ? ਕਿਉਂਕਿ ਜ਼ਿਆਦਾਤਰ ਲੋਕਾਂ ਦੀ ਮੰਗ ਇਹੀ ਆ, ਪੋਲੀਟੀਕਲ ਪਾਰਟੀਆਂ ਧੋਖੇਬਾਜ਼ੀ ਕਰ ਜਾਂਦੀਆਂ ਨੇ, ਅਸੀਂ ਇਹ ਕਰਾਂਗੇ, ਅਸੀਂ ਉਹ ਕਰਾਂਗੇ, ਪਰ ਉਹ ਹੁੰਦਾ ਨਹੀਂ ਤੇ ਲੋਕਾਂ ਨਾਲ ਧੋਖਾ ਹੋ ਜਾਂਦਾ। ਲੋਕ ਵੋਟ ਪਾਉਂਦੇ ਨੇ ਲੋਕਤੰਤਰ ਨੂੰ ਮਜ਼ਬੂਤ ਰੱਖਣ ਦੇ ਲਈ, ਲੋਕਤੰਤਰ ਦੇ ਵਿੱਚ ਵੋਟ ਕਰਦੇ ਆ। ਕੀ ਹਜੇ ਤੱਕ ਭਾਰਤ ਦੇ ਚੋਣ ਕਮਿਸ਼ਨ ਨੇ ਇੱਦਾਂ ਦਾ ਕੋਈ ਪ੍ਰਬੰਧ ਕੀਤਾ ਕਿ ਇਹ ਮੈਨੀਫੈਸਟੋ ਨੂੰ, ਜਿਹਦੇ ਉੱਤੇ ਲੋਕ ਵਿਸ਼ਵਾਸ ਕਰਕੇ ਉਸ ਪਾਰਟੀ ਦੇ ਹੱਕ 'ਚ ਜਾਂ ਵਿਰੋਧ 'ਚ ਮੋਹਰ ਲਾ ਲੈਂਦੇ ਆ, ਉਹਨੂੰ ਕਾਨੂੰਨੀ ਮਾਨਤਾ ਦਿੱਤੀ ਜਾਵੇ, ਜਾਂ ਉਹਦਾ ਕੋਈ ਲੋਕਾਂ ਦੇ ਵਿੱਚ ਭਰੋਸੇਯੋਗਤਾ ਉਹਨੂੰ ਲਾਗੂ ਕਰਾਉਣ ਲਈ ਕੋਈ ਹੈ ਇਸ ਤਰ੍ਹਾਂ ਦਾ ਕੋਈ ਭਵਿੱਖ ਦੇ ਵਿੱਚ, ਜਾਂ ਹੋ ਸਕਦਾ ਹੈ? चलो ਤੁਹਾਡਾ ਸੁਝਾਅ ਅਸੀਂ ਇਲੈਕਸ਼ਨ ਕਮਿਸ਼ਨ ਤੱਕ ਪਹੁੰਚਾएंगे। आज ਦੀ ਮਿਤੀ ਤੇ यही है, मैनिफेस्टो कोई भी पार्टी अपना मन मुताबिक लेके आ सकती है और लोगों के सामने पेश कर सकती है। CEO दफ्तर की काम है ਜਿਹੜੇ भी पार्टी मैनिफेस्टो ਦਿੰਦੀ है उसनों समय सिर मैं इलेक्शन कमीशन तक पहुँचाना है। ये मेरा दफ्तर की एक कानूनी काम है। सो इस करके ਜਿਹੜੇ भी पार्टियां का अपना मैनिफेस्टो जारी करता है उसका कापी मैं कलैक्ट करता हूँ, वो दिंदे है मैनू, उसको फिर मैं अगर ट्रांसलेशन की जरूरत पैंदा है कमीशन वास्ते वो करके फिर मैं इलेक्शन कमीशन को दे देना है। और इस संबंध में आज की मिति ते जेड़े भी कानूनी दायरा है उस दे अंदर ही असी काम करना है। बाकी जेड़े भी तुहाडा मनशा है फिर तुसी लोकां नूं दस रहे वो तुहाडा है, क्योंकि उहदे विच साडा कोई रोल नहीं है। साडा CEO दफ्तर दी काम है लोकां नूं अरेंजमेंट्स करके देना है, कानून लागू करना है, वोटर्स ਨੂੰ ਤਿਆਰੀ ਕਰਨਾ ਹੈ, ਪੋਲੀਟੀਕਲ ਪਾਰਟੀਆਂ ਨੂੰ ਇਸ ਮੁਹਿੰਮ ਦੇ ਵਿੱਚ ਐਕਟਿਵਲੀ ਪਾਰਟਿਸਿਪੇਟ ਕਰਨ ਲਈ ਬੇਨਤੀ ਕਰਨਾ ਹੈ। ਕੋਵਿਡ ਨਿਯਮਾਂ ਨੂੰ ਪੋਲੀਟੀਕਲ ਪਾਰਟੀ ਵੱਲੋਂ ਕੈਂਡੀਡੇਟਸ ਵੱਲੋਂ ਲਾਗੂ ਕਰਨ ਦੇ ਉਹਨਾਂ ਨੂੰ ਬੇਨਤੀ ਕਰਨਾ ਹੈ। ਇਹ ਸਭੀ ਕੰਮ ਮੇਰਾ काम है, खास करके सिक्योरिटी, सेफ इलेक्शंस और एनवायरमेंटल फ्रेंडली इलेक्शंस। ਸਰ ਠੀਕ ਹੈ, ਤੁਸੀਂ ਇੱਕ ਚੋਣ ਕਮਿਸ਼ਨ ਦੇ ਇੱਕ ਪ੍ਰੋਟੋਕੋਲਸ ਨੇ, ਇੱਕ ਭੂਮਿਕਾ ਹੈਗੀ ਆ, ਉਸ ਦਾਇਰੇ ਦੇ ਵਿੱਚ ਤੁਸੀਂ ਕੰਮ ਕਰਦੇ ਹੋ, ਜੋ ਤੁਹਾਡਾ ਇੱਕ ਫਾਰਮੈਟ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਬਣਾਇਆ। ਪਰ ਕੀ ਸਾਡੇ ਦੇਸ਼ ਦੇ ਲੋਕ ਜਾਂ ਸਾਡੇ ਪੰਜਾਬ ਦੇ ਲੋਕ, ਜੇ ਚੋਣ ਕਮਿਸ਼ਨ ਚੋਣਾਂ ਕਰਵਾਉਂਦਾ ਹੈ, ਉਹਨਾਂ ਦਾ ਭਰੋਸਾ ਜਿੱਤਦਾ ਹੈ, ਕਿਉਂਕਿ ਤੁਹਾਡੇ ਇੱਕ ਆਵਾਜ਼ ਦੇ ਉੱਤੇ ਪੰਜਾਬ ਦਾ ਯੂਥ ਵੋਟ ਕਰੂਗਾ, ਤੁਸੀਂ ਵੋਟਰ ਨਵੇਂ ਬਣਾ ਰਹੇ ਹੋ, ਉਹਨਾਂ ਨੂੰ ਜਾਗਰੂਕ ਕਰ ਰਹੇ ਹੋ, ਤੁਸੀਂ ਉਹ ਸਮਾਜ ਲਈ ਕਰ ਰਹੇ ਹੋ, ਸੰਵਿਧਾਨਿਕ ਇੱਕ ਹੈਗਾ ਲੋਕਤੰਤਰ ਜ਼ਿੰਮੇਵਾਰੀ ਹੈ। ਤੁਹਾਡੇ ਹੋਕੇ ਦੇ ਉੱਤੇ ਪੰਜਾਬ ਦੇ ਲੋਕ ਵੋਟ ਕਰਦੇ ਨੇ, ਉਹਨਾਂ ਲਈ ਹਿੰਦੁਸਤਾਨ ਦੇ ਹੀ ਲੋਕ ਇਲੈਕਸ਼ਨ ਕਮਿਸ਼ਨ ਦੇ ਕਹੇ 'ਤੇ ਵੋਟਿੰਗ ਹੁੰਦੀ ਹੈ, ਚਾਹੇ ਉਹ ਪਾਰਲੀਮੈਂਟਰੀ ਇਲੈਕਸ਼ਨ ਹੋਵੇ ਚਾਹੇ ਦੂਜੀ। ਉਹ ਚਾਹੁੰਦੇ ਨੇ ਕਿ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਹੋਵੇ ਕਿ ਇਹ ਪੋਲੀਟੀਕਲ ਪਾਰਟੀਆਂ ਉਹਨਾਂ ਨਾਲ ਠੱਗੀ ਨਾ ਮਾਰ ਸਕਣ, ਉਹਨਾਂ ਦੀ ਵੋਟ ਨਾਲ ਠੱਗੀ ਨਾਲ ਹੋ ਜਾਏ। चलो ये सारी ਤੁਹਾਡਾ चूँकि प्रेस अपना बात बहुत ही बखूबी नाल कह सकती है, लेकिन साडा एक जिम्मेदारी है, साडा जिम्मेदारी असी पूरा करना है, ਤੁਹਾਡਾ जिम्मेदारी तुसी पूरा करोगे और सब लोग मिलके डेमोक्रेसी ਨੂੰ बहुत साफ सुथरा करना है और बेहतर ढंग ਦੀ वोटिंग करवाते हुए। पिछली बार से ज़्यादा वोटिंग इस बार मैं चाहता है 77% वोटिंग पंजाब ਦੇ ਵਿੱਚ ਹੋਇਆ ਹੈ। ਇਸ ਬਾਰ ਮੈਂ ਕੋਸ਼ਿਸ਼ ਕਰ ਰਿਹਾ, ਲੋਕਾਂ ਨੂੰ ਬੇਨਤੀ ਕਰ ਰਿਹਾ ਘਰ ਘਰ ਜਾ ਕੇ ਵੋਟ ਕਰਵਾਉਣ ਲਈ, ਖਾਸ ਕਰਕੇ ਜਿਹੜੇ ਵੀ ਪਰਸਨਸ ਵਿਦ ਡਿਸੇਬਿਲਿਟੀਜ਼ ਹੈ ਸਾਰਿਆਂ ਨੂੰ ਅਸੀਂ ਯੂਥ ਵੋਟਰਸ ਨੇ ਔਰ 80 ਸਾਲ ਸੇ ਉੱਥੇ ਉਮਰ ਦੇ ਵੋਟਰਸ ਨੇ ਸਾਰਿਆਂ ਨੂੰ ਬੇਨਤੀ ਕਰ ਰਹੇ ਇਸ ਬਾਰ ਉਸ 77% ਨੂੰ ਵੀ ਅਸੀਂ ਲੰਘ ਕੇ ਟੱਪ ਕੇ ਔਰ ਜ਼ਿਆਦਾ ਵੋਟਿੰਗ ਹੋ ਜਾਣਾ ਚਾਹੀਦਾ। ਸਰ ਮੇਰਾ ਆਖਰੀ ਸਵਾਲ ਹੈ ਕਿ ਅਕਸਰ ਇੱਕ ਪਾਰਟੀ, ਵਿਰੋਧੀ ਪਾਰਟੀ ਸੱਤਾਧਰ ਪਾਰਟੀ ਦੇ ਉੱਤੇ ਦੋਸ਼ ਲਾਉਂਦੀ ਆ, ਜਾਂ ਕੁਛ ਅਹੁਦਿਆਂ ਨੂੰ ਲੈ ਕੇ, ਜਿਵੇਂ ਕਿ ਖਾਸ ਕਰਕੇ DGP ਦਾ ਅਹੁਦਾ ਬੜਾ ਚਰਚਾ 'ਚ ਰਹਿੰਦਾ,
ਜਾਂ ਚੀਫ ਸੈਕਟਰੀ ਦਾ ਅਹੁਦਾ ਬੜਾ ਚਰਚਾ 'ਚ ਹੁੰਦਾ ਹੈ, ਕਿਉਂਕਿ ਉਹ ਦੋਨੇ ਹੀ ਸਰਕਾਰ ਹੁੰਦੇ ਆ, ਤੁਹਾਡੇ ਅੰਡਰ ਕੰਟਰੋਲ ਹੁੰਦੇ ਆ। ਪੰਜਾਬ ਦੇ ਵਿੱਚ ਐਡੀਸ਼ਨਲ ਚਾਰਜ ਮੌਜੂਦਾ ਡੀਜੀਪੀ ਨੂੰ ਦਿੱਤਾ ਗਿਆ, ਉਸ ਤੋਂ ਪਹਿਲਾਂ ਵੀ ਇੱਕ ਡੀਜੀਪੀ ਨੂੰ ਦਿੱਤਾ ਗਿਆ ਸੀ। ਯੂਪੀਐਸਸੀ ਕੋਲ ਨਵਾਂ ਪੈਨਲ ਜਿਹੜਾ ਹੈਗਾ ਉਹ ਕਮਿਸ਼ਨ ਦੇ ਕੋਲ ਚੱਲ ਰਿਹਾ। ਪੰਜਾਬ ਦੇ ਵਿੱਚ ਕੀ, ਕਿਉਂਕਿ ਤੁਸੀਂ ਇਸ ਚੀਜ਼ ਨੂੰ ਮੋਨੀਟਰਿੰਗ ਕਰਨਾ ਹੁੰਦਾ ਹੈ, ਤੁਹਾਡੇ ਕੋਲੇ ਕੀ ਡੀਜੀਪੀ ਚਟੋਪਾਧਿਆ ਜਿਹੜੇ ਹੈਗੇ ਨੇ ਉਹ ਡੀਜੀਪੀ ਬਣੇ ਰਹਿਣਗੇ ਜਾਂ ਨਵੇਂ ਪੈਨਲ ਦੇ ਮੁਤਾਬਕ ਕੋਈ ਤੁਸੀਂ, ਕਿਉਂਕਿ ਤੁਹਾਡਾ ਫਿਰ ਕੰਟਰੋਲ ਸ਼ੁਰੂ ਹੋ ਜਾਣਾ ਜਦੋਂ ਕੋਰਟ ਚਾਂਚਾ ਲੱਗੇ, ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ? ਦੇਖੋ, ਮਾਡਲ ਕੋਡ ਆਫ ਕੰਡਕਟ ਆਉਣ ਤੋਂ ਜਦੋਂ ਮਾਡਲ ਕੋਡ ਆਫ ਕੰਡਕਟ ਆਈ ਜਾਂਦਾ ਹੈ, ਇੱਕ ਸੈੱਟ ਪੈਟਰਨ ਬਣੇ ਹੋਏ ਹੈ। ਇਲੈਕਸ਼ਨ ਕਮਿਸ਼ਨ ਦੀ ਸੈੱਟ ਰੂਲਸ ਹੈ, ਇਲੈਕਸ਼ਨ ਕਮਿਸ਼ਨ ਦਾ ਇੱਕ ਪ੍ਰੋਟੋਕਾਲ ਹੈ, ਸੈੱਟ ਰੂਲਸ ਹੈ, ਉਸ ਦੇ ਮੁਤਾਬਿਕ ਹੀ ਫੈਸਲਾ ਹੁੰਦੀ ਰਹਿੰਦੀ ਹੈ। ਚਲੋ ਬਾਕੀ ਅਭੀ ਸਮਾਂ ਹੈ, ਸਮਾਂ ਦੇ ਮੁਤਾਬਿਕ ਚੀਜ਼ ਹੋਤੇ ਰਹੇਗਾ। ਸਰ ਤੁਹਾਡਾ ਬਹੁਤ ਧੰਨਵਾਦ, ਤੁਸੀਂ ਪ੍ਰਾਈਮ ਮਿਨਿਸਟਰ ਨਾਲ ਗੱਲਬਾਤ ਕੀਤੀ ਤੇ ਅਸੀਂ ਵੋਟਰਾਂ ਨੂੰ ਹੋਕਾ ਦਿੰਦੇ ਰਹਿੰਦੇ ਹਾਂ ਕਿ ਵੋਟ ਬਣਾਓ, ਤੇ ਵੋਟ ਤੁਹਾਡੀ ਤਾਕਤ ਹੈ, ਵੋਟ ਤੁਹਾਡੀ ਸ਼ਾਨ ਹੈ। ਤੁਹਾਡਾ ਵੀ ਇਹੀ ਸੁਨੇਹਾ ਹੈਗਾ, ਤੁਸੀਂ ਜਾਂਦੇ ਜਾਂਦੇ ਇੱਕ ਵਾਰੀ ਸੁਨੇਹਾ ਫਿਰ ਵੀ ਆਪਣਾ ਦੇ ਦਿਓ। ਮੈਂ ਤੁਹਾਡੇ ਚੈਨਲ ਦੀ ਰਾਹੀਂ, ਪ੍ਰਾਈਮ ਏਸ਼ੀਆ ਚੈਨਲ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਲੋਕਾਂ ਨੂੰ ਕਾਫੀ ਇਨਫੋਰਮੇਸ਼ਨ ਦਿੰਦੀ ਹੈ, ਖਾਸ ਕਰਕੇ NRIs ਨੂੰ। NRI ਵੀਰੋ, ਤੁਹਾਨੂੰ ਮੈਂ ਬੇਨਤੀ ਕਰਦਾ, ਜਦੋਂ ਵੀ ਵੋਟਿੰਗ ਡੇਟ ਵਗੈਰਾ ਐਲਾਨ ਹੋ ਜਾਏ ਜ਼ਰੂਰ ਆ ਜਾਓ, ਵੋਟ ਕਰੋ। मैं ਤੁਹਾਡੇ ਵਾਸਤੇ ਸਪੈਸ਼ਲ ਇੰਤਜ਼ਾਮਾਤ ਕਰਾਂਗਾ। ਔਰ ਚੂੰਕਿ ਇਸ ਇਲੈਕਸ਼ਨ ਹਮੇਸ਼ਾ ਹੁੰਦਾ ਹੈ ਇੱਕ ਤਿਉਹਾਰ ਜਿਵੇਂ ਹੁੰਦਾ ਹੈ, ਤੁਹਾਡਾ ਵੋਟ ਤੁਹਾਡਾ ਤਾਕਤ ਹੈ, ਔਰ ਤੁਹਾਡਾ ਤਾਕਤ ਨੂੰ ਤੁਸੀਂ ਜ਼ਰੂਰ ਡੈਮੋਕ੍ਰੇਸੀ ਦੇ ਵਾਸਤੇ ਵਰਤਣਾ ਹੀ ਹੈ। ਮਹਿਲਾ ਜਾਂ ਪੁਰਸ਼ ਜਾਂ ਟਰਾਂਸਜੈਂਡਰ, ਲੋਕਤੰਤਰ ਦੇ ਵਿੱਚ ਸਭ ਬਰਾਬਰ, ਲੋਕਤੰਤਰ ਦੇ ਵਿੱਚ आपका ਤੁਹਾਡਾ ਵੋਟ ਬਰਾਬਰ ਅਧਿਕਾਰ ਰੱਖਤਾ ਹੈ, ਬਰਾਬਰ ਤਾਕਤ ਰੱਖता है। ਮੇਰੇ ਵੱਲੋਂ ਸਾਰਿਆਂ ਨੂੰ ਇਹੀ ਬੇਨਤੀ ਹੈ, बढ़ चढ़ के हिस्सा लो, और खास करके कोविड ਨੂੰ ਮੁੱਖ ਰੱਖਦੇ ਹੋਏ ਇੱਕ ਸੇਫ, ਸਿਕਿਉਰ, एनवायरमेंटल फ्रेंडली, फ्री एंड फेयर ਇਲੈਕਸ਼ਨ ਅਸੀਂ ਕਰਾਂਗੇ। ਧੰਨਵਾਦ ਸਰ ਤੁਹਾਡਾ ਬਹੁਤ ਬਹੁਤ। ਤੇ ਇਹ ਸਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਜਿਨ੍ਹਾਂ ਨੇ ਕਮਾਂਡ ਹੁਣ ਸੰਭਾਲ ਲਈ ਆ। ਹੌਲੀ ਹੌਲੀ ਸਾਰੀ ਚੋਣ ਜਾਬਤਾ ਲੱਗਣ ਵਾਲਾ ਹੈ, ਕਦੋਂ ਲੱਗ ਜਾਂਦਾ ਹੈ ਇਹ ਕਹਿੰਦੇ ਸਾਡੇ ਪ੍ਰਬੰਧ ਪੂਰੇ ਨੇ। ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਦੋਂ ਵੀ ਆਦੇਸ਼ ਆ ਜਾਣਗੇ ਪੰਜਾਬ ਦੇ ਵਿੱਚ ਆਦਰਸ਼ ਚੋਣ ਜਾਬਤਾ ਲਾਗੂ ਹੋ ਜਾਊਗਾ। ਤੇ ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ। ਕੈਮਰਾਮੈਨ ਲਲਿਤ ਪਾਂਡੇ ਹੋਰਾਂ ਦੇ ਨਾਲ ਨਿਰਮਲ ਸਿੰਘ ਮਾਨਸ਼ੀਆ ਦੀ ਬਿਊਰੋ ਰਿਪੋਰਟ, ਚੰਡੀਗੜ੍ਹ।